ਸ਼ਮਾਦਾਨ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਦਿਨ ਹੈ ਬੁੱਧਵਾਰ, ਤਰੀਕ ਹੈ 3 ਮਾਰਚ, ਸ਼ਾਮ ਦੇ 6:30 ਹੋਏ ਨੇ। ਤੁਸੀਂ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਨੂੰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 'ਤੇ ਸੁਣਦੇ ਹੋ, ਜਿਸ ਦਾ ਮੁੜ ਪ੍ਰਸਾਰਨ ਰਾਤ ਨੂੰ 10:30 ਵਜੇ ਅਤੇ ਅਗਲੀ ਸਵੇਰ 5:30 ਵਜੇ ਹੁੰਦਾ ਹੈ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜਦਾ ਕੀਤਾ ਜੀ ਪ੍ਰਾਈਮ ਪ੍ਰੋਪਰਟੀਜ਼ ਐਂਡ ਰੀਅਲ ਸਟੇਟ, ਏਅਰਪੋਰਟ ਰੋਡ, ਐਰੋ ਸਿਟੀ, ਮੋਹਾਲੀ ਨੇ। ਤੁਹਾਡੇ ਮਨ ਦੇ ਵਿੱਚ ਜਾਂ ਇੱਛਾ ਹੈ ਕਿ ਤੁਸੀਂ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਇੰਡਸਟਰੀਅਲ ਪਲਾਟ ਖਰੀਦਣਾ ਹੈ, ਚੰਡੀਗੜ੍ਹ ਹੋਵੇ, ਮੋਹਾਲੀ ਹੋਵੇ, ਜ਼ੀਰਕਪੁਰ ਜਾਂ ਖਰੜ, ਅਤੇ ਉਸ ਤੋਂ ਤੁਸੀਂ ਰਿਟਰਨ ਵੀ ਅੱਛੀ ਲੈਣੀ ਹੈ, ਤਾਂ ਫਿਰ ਨੰਬਰ ਨੋਟ ਕਰ ਲਓ, ਪੈਨ ਕਾਗਜ਼ ਚੱਕ ਲਓ। ਤੁਹਾਨੂੰ ਬ੍ਰੇਕ ਤੋਂ ਬਾਅਦ ਵੀ ਨੰਬਰ ਲਿਖਾਵਾਂਗੇ 8936000000 ਜਾਂ ਫਿਰ 8985554009 'ਤੇ ਤੁਸੀਂ ਕਾਲ ਕਰ ਸਕਦੇ ਹੋ। ਬੇਕਰਸਫੀਲਡ ਏਰੀਆ ਦੇ ਵਿੱਚ ਬਿਜਲੀ ਦੇ ਬਿੱਲ ਜ਼ੀਰੋ ਕਿਸ ਤਰ੍ਹਾਂ ਕਰਨੇ ਨੇ, ਤਾਂ ਇੱਕੋ ਇੱਕ ਨਾਂ ਜੀ ਜਤਿੰਦਰ ਸਿੰਘ ਤੂਰ ਹੋਰਾਂ ਦਾ 6617541722 'ਤੇ ਕਾਲ ਕਰ ਸਕਦੇ ਹੋ। ਅਤੇ ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਆ ਦੇ ਵਿੱਚ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ। ਡਿਸਪੈਚ ਪੰਜਾਬੀ ਅਤੇ ਇੰਗਲਿਸ਼ ਕਰਦੇ ਨੇ। ਗੁਰਵਿੰਦਰ ਧਾਲੀਵਾਲ ਹੋਰਾਂ ਦਾ ਨੰਬਰ ਹੈ 2063544060। ਜਗਦੇਵ ਸਿੰਘ ਸੰਧੂ ਹੋਰੀ 2532666924 'ਤੇ। ਅਤੇ ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਜੀ ਸਾਡੇ ਭੈਣੀ ਵੜਿੰਗਾਂ ਦੇ ਲਿਸਨਰਸ, ਜਗਜੀਤ ਸਿੰਘ ਲੰਡਨ ਅਤੇ ਬਾਈ ਜੀ ਬਲਵੀਰ ਸਿੰਘ ਉਸਮਾਨਪੁਰ, ਅਤੇ ਇਸ ਤੋਂ ਇਲਾਵਾ ਬਾਈ ਭਰਪੂਰ ਸਿੰਘ ਜੀ ਬਰਾੜ ਹੋਰੀ ਬੇਕਰਸਫੀਲਡ ਤੋਂ, ਜਿਹੜੇ ਹਮੇਸ਼ਾ ਹੀ ਰੇਡੀਓ ਪੰਜਾਬ ਟੁਡੇ ਨਾਲ ਜਿਹੜਾ ਪਿਆਰ ਰੱਖਦੇ ਨੇ ਅਤੇ ਉਹ ਰੇਡੀਓ ਪੰਜਾਬ ਟੁਡੇ ਨੂੰ ਸਹਿਯੋਗ ਵੀ ਕਰਦੇ ਰਹਿੰਦੇ ਨੇ। ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਫਿਲਹਾਲ ਵਪਾਰਕ ਸੁਨੇਹੇ ਤੇ ਫਿਰ ਸਰਦਾਰ ਜਸਵੀਰ ਸਿੰਘ ਪੱਟੀ ਹੋਏ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 6017972354। ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ KFC ਮੈਕਡੋਨਲਡਸ ਬੈਸਟ ਪ੍ਰਾਈਜ਼ ਅਤੇ ਫੈਕਟਰੀ ਆਊਟਲੈਟ ਤੋਂ 2 ਮਿੰਟ ਦੀ ਡਰਾਈਵ ਤੇ ਸ਼ਾਨਦਾਰ ਰੈਜ਼ੀਡੈਂਸ਼ੀਅਲ ਏਰੀਆ ਮਾਡਲ ਟਾਊਨ ਪੁੱਚੋ, ਜੋ ਬਠਿੰਡਾ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਹੈ। ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਕਲੋਨੀ ਦੇ ਵਿੱਚ ਸਾਰੇ ਡਿਵੈਲਪਮੈਂਟ ਕੰਮ ਪੂਰੇ ਹੋ ਚੁੱਕੇ ਨੇ ਤੇ ਤੁਸੀਂ ਅੱਜ ਹੀ ਰਿਹਾਇਸ਼ ਕਰ ਸਕਦੇ ਹੋ। ਮਾਡਲ ਟਾਊਨ ਪੁੱਚੋ ਵਿੱਚ ਪਲਾਟ ਲੈਣ ਲਈ ਸੰਪਰਕ ਕਰੋ 9988333600। ਇੱਥੇ ਇਨਵੈਸਟਮੈਂਟ ਕੀਤੀ ਤੁਹਾਨੂੰ ਬਹੁਤ ਵਧੀਆ ਰਿਟਰਨ ਵੀ ਦੇਵੇਗੀ। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 4034049501 4034049501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care. Quick Truck Lube.
JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਰਦਾਰ ਜਸਵੀਰ ਸਿੰਘ ਭੱਟੀ ਹੋਰੀ ਮੇਰੇ ਨਾਲ ਨੇ। ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਭੱਟੀ ਸਾਹਿਬ, ਸਭ ਤੋਂ ਪਹਿਲਾਂ ਗੱਲ ਕਰੀਏ ਆਪਾਂ ਅੱਜ ਤਾਂ ਦਿੱਲੀ ਵਾਸੀਆਂ ਨੇ ਤਾਂ ਕਹਿੰਦੇ ਜੀ ਹਨੇਰੀ ਲਿਆਤੀ ਹੈ। ਇੱਕ ਪਾਸੜੀ ਜਿਹੜੀਆਂ ਡੱਬੇ ਭਰਤੇ ਨੇ ਵੋਟਾਂ ਵਾਲੇ। ਕੀ ਰਿਹਾ ਜੀ ਰਿਜ਼ਲਟ? ਕਹਿੰਦੇ ਐਤਕੀ ਭਾਜਪਾ ਵਾਲੇ ਵੀ ਕਹਿੰਦੇ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਉਹ ਉੱਥੇ ਵੀ ਕਹਿੰਦੇ ਸਕੂਟਰ ਦੀਆਂ ਸਵਾਰੀਆਂ ਹੀ ਬਣਾ ਦਿੱਤੀਆਂ ਨੇ। ਦਿੱਲੀ ਦੀ ਗੱਲ ਹੈ ਕਿ ਦਿੱਲੀ ਦੀਆਂ ਸਾਰੀਆਂ ਨਗਰ ਨਿਗਮਾਂ ਤੇ ਕਬਜ਼ਾ ਜਿਹੜਾ ਪਟੇਲ ਸਾਹਿਬ ਆਵਾਜ਼ ਥੋੜੀ ਜੀ ਸੈੱਟ ਆ, ਥੋੜਾ ਜਿਹਾ ਗੜਬੜ। ਭਾਜੀ ਪ੍ਰੋਬਲਮ ਥੋੜੀ ਜਾ ਰਹੀ ਕੋਟੇ ਦੇ ਬਿਠਾ ਜੀ ਪੱਲੇ ਮੰਜਨ ਤੇ। ਅੱਛਾ ਜੀ, 2 ਮਿੰਟ ਬਾਅਦ ਕਰੋ, ਮੈਂ ਤਾਂ ਬੰਦ ਜੀ ਜਦ ਕੋਟੇ ਨੂੰ ਕਰਨਾ ਹੈ ਜੀ। 2-3 ਮਿੰਟ ਅੱਛਾ, ਤੁਸੀਂ ਕਾਲ ਕਰ ਦਿਓ ਜੀ ਜਦੋਂ ਥੋੜੀ ਜੀ ਦੱਸ ਦਿਓ। ਸੋ ਪ੍ਰੋਗਰਾਮ ਦੇ ਵਿੱਚ ਅੱਜ ਮੇਰੇ ਨਾਲ ਜੁੜਨਗੇ ਨੀਲ ਭਲਿੰਦਰ ਜੀ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਤੁਸੀਂ ਇਸ ਵਕਤ ਬਠਿੰਡਾ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ ਅਤੇ ਇਨ ਦਾ ਮੀਨ ਟਾਈਮ ਕਿਉਂ ਨਾ ਤੁਹਾਨੂੰ ਇੱਕ 2-3 ਮਿੰਟ ਦਾ ਸਮਾਂ ਜਿਹੜਾ ਹੈਗਾ ਉਹ ਮੰਗਿਆ। ਆਪਾਂ ਉਨੀ ਦੇਰ ਕੁਛ ਹੋਰ ਖਬਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਲਈਏ। ਇਸੇ ਦੇ ਵਿੱਚ ਤਾਂ MC ਰਿਜ਼ਲਟਸ ਦੇ ਉੱਤੇ ਜਿਹੜਾ ਤੁਹਾਡੇ ਨਾਲ ਅੱਜ ਗੱਲਬਾਤ ਹੁਣ ਹੋਏਗੀ। ਸੋ ਦਿੱਲੀ ਦੇ ਵਿੱਚ ਜਿਹੜੇ ਮਿਊਨਸੀਪਲ ਕਾਰਪੋਰੇਸ਼ਨ ਦੇ ਜਿਹੜੇ ਰਿਜ਼ਲਟ ਆਏ ਨੇ, ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਕਾਫੀ ਖੁਸ਼ ਨਜ਼ਰ ਆ ਰਹੇ ਨੇ। ਤਾਂ ਉਹਨਾਂ ਵੱਲੋਂ ਜਿਹੜਾ ਕਿਹਾ ਗਿਆ ਹੈ ਕਿ ਜਿਹੜਾ ਲੋਕ ਨੇ ਦਿੱਲੀ MCD ਦੇ ਵਿੱਚ ਉਹਨਾਂ ਨੇ ਭਾਜਪਾ ਨੂੰ ਨਕਾਰ ਦਿੱਤਾ ਅਤੇ ਮੁੜ ਤੋਂ ਕਹਿੰਦੇ ਫਿਰ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਲਈ ਤਿਆਰ ਨੇ। ਸੋ ਆਪਾਂ ਫਿਰ ਕਾਲ ਲਾਉਣੇ ਇਨ ਦਾ ਮੀਨ ਟਾਈਮ ਭੱਟੀ ਸਾਹਿਬ ਨੂੰ ਅਤੇ ਅੱਗੇ ਵਾਰਤਾਲਾਪ ਤੋਰਦੇ ਹਾਂ। ਸੋ ਜੇਕਰ ਤੁਸੀਂ ਵੀ ਰੇਡੀਓ ਪੰਜਾਬ ਟੂਡੇ ਨਾਲ ਜੁੜਨਾ ਚਾਹੁੰਦੇ ਹੋ, ਕਿਸੇ ਵੀ ਦੇਸ਼ ਦੇ ਵਿੱਚ ਸਟੂਡੀਓ ਸਥਾਪਿਤ ਕਰਨਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9780141741 ਤੇ। ਜੀ ਭੱਟੀ ਸਾਹਿਬ ਠੀਕ ਹੈ ਜੀ? ਜੀ ਬਿਲਕੁਲ 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 ਜੀ। ਜਿੱਥੋਂ ਤੱਕ ਆਪਾਂ ਦਿੱਲੀ ਦੀ ਗੱਲ ਕਰਦੇ ਜੀ ਦਿੱਲੀ ਦੇ ਵਿੱਚ ਜਿਹੜੀਆਂ ਨਗਰ ਨਿਗਮਾਂ ਉਹਨਾਂ ਦੇ ਕਬਜ਼ਾ ਸਾਰੀਆਂ ਤੇ ਜਿਹੜਾ ਭਾਜਪਾ ਦਾ ਜੀ। 3 ਮੇਖਾ ਸ਼ਾਇਦ ਨਗਰ ਨਿਗਮ ਉੱਥੇ ਹੈਗੀਆਂ। ਹਾਂ ਬਿਲਕੁਲ ਜੀ। ਤੇ ਉਹਨਾਂ ਤਿੰਨਾਂ ਦੇ ਕਬਜ਼ਾ ਭਾਜਪਾ ਦਾ, ਲੇਕਿਨ ਸਰਕਾਰ ਉੱਥੇ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ। ਹੁਣ ਸਵਾਲ ਇਹ ਪੈਦਾ ਹੁੰਦਾ ਵਾ ਕਿ ਉੱਥੇ 5 ਕੁਛ ਬੰਦੇ ਜਿਹੜੇ ਸੀ ਆਮ ਆਦਮੀ ਪਾਰਟੀ ਨੇ ਆਪਣੇ ਕੌਂਸਲ ਟਿਕਟਾਂ ਦਿੱਤੀਆਂ ਸੀ MLA ਦੀਆਂ, ਉਹ ਸਾਰੇ ਜਿਹੜੇ ਸੀ MLA ਬਣ ਗਏ। ਉਹ ਸੀਟਾਂ ਖਾਲੀ ਹੋ ਗਈਆਂ ਸੀ ਜੀ। ਇੱਕ ਔਰਤ ਸੀ ਸ਼ਾਇਦ ਇਹਨਾਂ ਦੀ BJP ਵਾਲਿਆਂ ਦੀ ਡੈਥ ਹੋ ਗਈ ਸੀ, ਉਹ ਸੀਟ ਖਾਲੀ ਸੀ। 5 ਸੀਟਾਂ ਖਾਲੀ ਹੋਈ। 5 ਸੀਟਾਂ ਦੇ ਉੱਤੇ ਜਿੱਥੇ ਇਹਨਾਂ ਦੀ ਇੱਕ ਆਪਣਾ ਕਬਜ਼ਾ ਹੈਗਾ ਸੀ ਇਹਨਾਂ ਦਾ ਆਪਣੇ ਦਾ BJP ਵਾਲਿਆਂ ਦਾ, ਉਹ ਸੀਟ ਵੀ ਨਹੀਂ ਬਚਾ ਸਕੇ ਜੀ। ਸਭ ਤੋਂ ਵੱਡੀ ਗੱਲ ਇਹ ਆ ਵੀ ਪੁਲਿਸ ਤੁਹਾਡੇ ਕੋਲੇ, ਸਰਕਾਰ ਤੁਹਾਡੇ ਕੋਲੇ, ਸਾਰਾ ਕੁਝ ਤੁਹਾਡਾ। ਇੰਝ ਲੱਗਦਾ ਵੀ ਉੱਥੇ ਕਿਸਾਨ ਅੰਦੋਲਨ ਨੇ ਆਪਣਾ ਜਿਹੜਾ ਵਾ ਉਹ ਜਲਵਾ ਵਿਖਾਤਾ ਜੀ। ਲੋਕਾਂ ਨੇ ਕਹਿ ਦਿੱਤਾ ਭਾਈ ਅਸੀਂ ਤੁਹਾਨੂੰ ਪਸੰਦ ਨਹੀਂ ਕਰਦੇ, ਤੁਸੀਂ ਕਿਸਾਨਾਂ ਨਾਲ ਜਾ ਕੇ ਸਮਝੌਤਾ ਕਰੋ, ਨਹੀਂ ਤੇ ਫਿਰ ਇਹੀ ਹਾਲ ਹੋ।
ਉਹਦੇ ਵਿੱਚ 4 ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਨੂੰ ਜਿਹੜਾ ਵਾ ਉਹ ਜਿੱਤ ਗਈ ਹੈ ਤੇ 1 ਸੀਟ ਕਾਂਗਰਸ ਨੇ ਪਹਿਲੀ ਵੀ ਜਿੱਤੀ ਹੈ। ਅੱਛਾ ਜੀ, ਸ਼ੁਕਰ ਹੈ। ਕਾਂਗਰਸ ਦਾ ਜਿਹੜਾ ਵਾ ਉੱਥੇ ਖਾਤਾ ਖੁੱਲ੍ਹ ਗਿਆ। ਖੁੱਲ੍ਹਣ ਦੇ ਨਾਲ ਕਾਂਗਰਸ ਨੂੰ ਥੋੜੀ ਜਿਹੀ ਰਾਹਤ ਮਿਲੀ ਹੈ ਵੀ ਭਾਈ ਵੇਖੋ ਅਸੀਂ ਵੀ ਕਿਸੇ ਖਾਤੇ 'ਚ ਹੈਗੇ। ਔਰ ਸਭ ਤੋਂ ਵੱਡੀ ਗੱਲ ਵੀ ਕਾਂਗਰਸ ਦਾ ਉਮੀਦਵਾਰ ਜਿਹੜਾ ਵਾ ਉਹ ਬਹੁਤ ਵੱਡੀ ਵੋਟ ਨਾਲ ਜਿੱਤਿਆ। ਅੱਛਾ ਜੀ। ਉਸ ਤੋਂ ਵੱਡੀ ਗੱਲ ਹੋਰ ਹੋ ਗਈ ਹੈ ਕਿ ਬਹੁਤ ਕਾਫੀ ਵੋਟਾਂ ਮੇਖੇ ਕੌਂਸਲ ਸੀਟ 'ਚ 10,000 ਤੋਂ ਉੱਪਰ ਵੱਧ ਵੋਟਾਂ ਨਾਲ ਜਿਹੜਾ ਲੀਡਰ ਜਿੱਤਿਆ ਜੀ। ਜੇ ਇੰਨੀ ਵੱਡੀ ਲੀਡਰ ਜਿੱਤਿਆ ਤੇ ਫਿਰ ਕਾਂਗਰਸ ਨੂੰ ਬੀਜੇਪੀ ਨੂੰ ਹੁਣ ਇਸ ਗੱਲ ਦੀ ਥੋੜੀ ਕਿਆਸ ਕਰਨੀ ਚਾਹੀਦੀ ਹੈ ਕਿ ਲੋਕ ਜਿਹੜੇ ਆ ਉਹ ਕਿਸਾਨਾਂ ਦੀ ਫੇਵਰ 'ਚ ਨੇ ਜੀ, ਕਿਸਾਨਾਂ ਦੇ ਹੱਕ 'ਚ ਨੇ, ਕਿਸਾਨ ਮੁੱਦਿਆਂ ਨੂੰ ਲੈ ਕੇ ਸਾਡੇ ਨਾਲ ਨਾਰਾਜ਼ ਨੇ ਜੀ। ਇਸ ਕਰਕੇ ਮੈਂ ਸੋਚਦਾ ਵੀ ਇਹ ਭਾਵੇਂ ਇਹਦੇ ਜਿਹੜੀ ਇਹਨਾਂ ਦੀਆਂ ਨਗਮਾਂ ਦੇ ਉੱਤੇ ਇਹਨਾਂ ਚੋਣਾਂ ਦਾ ਜਾਂ ਇਹ ਜਿੱਤ ਦਾ ਕੋਈ ਫਰਕ ਨਹੀਂ ਪੈਣਾ। ਲੇਕਿਨ ਲੋਕਾਂ ਦੇ ਵਿੱਚ ਇੱਕ ਜਿਹੜੀ ਆ ਉਹ ਇਹ ਗੱਲ ਜ਼ਰੂਰ ਚੱਲੇਗੀ ਵੀ ਵੇਖੋ ਆਮ ਲੋਕ ਵੀ ਇਹਨਾਂ ਤੋਂ ਨਾਰਾਜ਼ ਨੇ ਬੀਜੇਪੀ ਵਾਲੇ ਤੋਂ, ਜਿਹਦੇ ਕਰਕੇ ਇਹਨਾਂ ਨੂੰ 5 ਚੋਂ 1 ਵੀ ਸੀਟ ਨਹੀਂ ਮਿਲੀ ਜੀ। ਭਾਵੇਂ ਕਿ ਜਿਹੜੀ ਇਹਨਾਂ ਦੀ ਸੀਟ ਖਾਲੀ ਹੋਈ ਸੀਗੀ ਉਹ ਆਮ ਆਦਮੀ ਪਾਰਟੀ ਜਿੱਤੇ ਆ ਤੇ ਆਮ ਆਦਮੀ ਪਾਰਟੀ ਦੀ ਸੀਟ ਜਿਹੜੀ ਉਹ ਕਾਂਗਰਸ ਜਿੱਤੀ ਆ। ਲੇਕਿਨ ਕਾਂਗਰਸ ਦਾ ਇੱਕ ਸ਼ੁਭ ਸ਼ਗਨ ਆ ਕਿ ਉਹਨਾਂ ਨੂੰ ਦਿੱਲੀ ਦੇ ਵਿੱਚ ਕੋਈ ਛੋਟੀ ਮੋਟੀ ਪ੍ਰਾਪਤੀ ਉਹਨਾਂ ਦੀ ਹੋ ਗਈ। ਮੁੜ ਕੇ ਖਾਤਾ ਕਹਿਣ ਤੋਂ ਕਹਿੰਦੇ ਬਹਿਣ ਜੋਗੇ ਪੈਰ ਧਰਾ ਹੋ ਗਿਆ ਭਾਈ। ਹਾਂ ਬਿਲਕੁਲ ਪੈਰ ਧਰਾਵਾ ਹੋ ਗਿਆ ਜੀ। ਉਹ ਮੁੜ ਕੇ ਕਹਿਣਗੇ ਜੀ ਵੇਖੋ ਲੋਕ ਸਾਡੇ ਨਾਲ ਨੇ। ਸੋ ਇੰਨੇ ਨਾਲ ਕਹਿੰਦੇ ਆਸ ਵੱਧ ਜਾਂਦੀ ਹੈ ਨਾ। ਬਿਲਕੁਲ ਆਸ ਵੱਧ ਜਾਂਦੀ ਜੀ। ਇਹਦਾ ਅਸਰ ਬੜੀ ਦੂਰ ਤੱਕ ਜਾਣਾ। ਹਾਂ। ਕੱਲ ਨੂੰ ਚਰਚਾ ਦਾ ਵਿਸ਼ਾ ਬਣਨਾ ਅਖਬਾਰਾਂ ਚ ਆਉਣਾ ਇਹਦਾ ਜਿਹੜੀਆਂ 5 ਸਟੇਟ ਚੋਣ ਹੋ ਰਹੀ ਉੱਥੇ ਜਾ ਕੇ ਅਸਰ ਪੈਣਾ ਵੀ ਭਾਈ ਉਧਰ ਆ ਕੰਮ ਹੋ ਗਿਆ ਜਿੱਥੇ ਸਾਰੇ ਨੇ ਧੱਕਾ ਕਰਦੇ ਸੀਗੇ ਤੇ ਉੱਥੇ ਤਾਂ ਆਹ ਕਹਾਣੀ ਕਰਤੀ ਦਿੱਲੀ ਵਾਲਿਆਂ ਨੇ। ਜੀ ਜੋ ਦਿੱਲੀ ਵਾਲਿਆਂ ਨੇ ਗੱਲ ਕੀਤੀ ਹੈ ਤਾਂ ਉਹਦਾ ਅਸਰ ਤਾਂ ਪਊਗਾ ਨਾ ਦੂਜੇ ਪਾਸੇ। ਜਿਹੜੀ ਗੋਆ ਦੇ ਵਿੱਚ ਜਾ ਕੇ ਇਹਨਾਂ ਨੇ ਆਪਣਾ ਆਮ ਆਦਮੀ ਪਾਰਟੀ ਨੇ ਜਲਵਾ ਵਿਖਾਇਆ ਵਾ ਉਹ ਵੀ ਤੇ ਬੜਾ ਇਹਨਾਂ ਦੇ ਉੱਤੇ ਇੱਕ ਕਲੰਕ ਆ ਜੀ ਬੀਜੇਪੀ ਦੇ ਉੱਤੇ ਕਿ ਤੁਹਾਡੀ ਸਰਕਾਰ ਵੇ ਤੁਹਾਡਾ ਸਭ ਕੁਝ ਉੱਤੇ ਤੁਸੀਂ ਲੋਕਲ ਜਿਹੜੇ ਚੋਣਾਂ ਵਾ 17 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਜਿੱਤ ਜਾਵੇ। ਗੁਜਰਾਤ ਦੇ ਵਿੱਚ ਤੁਸੀਂ ਠੀਕ ਆ ਉਹਦੀ ਤੁਸੀਂ ਵਧਾਈ ਮੋਦੀ ਸਾਹਿਬ ਨੇ ਦਿੱਤੀ। ਇੱਕ ਗੱਲ ਵੇਖਣੀ ਪਊਗੀ ਡਰਨੇ ਵਾਲੀ ਇਹ ਸਭ ਜੀ। ਬੀਜੇਪੀ ਦੀ ਇੱਕ ਖਾਸੀਅਤ ਆ ਉਹ ਇੱਕ ਸਰਪੰਚ ਦੀ ਚੋਣ ਨੂੰ ਵੀ ਇੱਕ ਵੱਡਾ ਦਾਰਾ ਮੰਨ ਕੇ ਜੀ ਉਹ ਚੋਣ ਲੜਦੀ। ਨਹੀਂ ਵੈਸੇ ਤਾਂ ਚੰਗੀ ਗੱਲ ਹੈ ਪਾਰਟੀ ਨੂੰ। ਵੈਸੇ ਜੇ ਗੱਲ ਸੁਣੋ ਨਾ ਚੋਣ ਕੋਈ ਵੱਡੀ ਨਹੀਂ ਹੁੰਦੀ ਛੋਟੀ ਨਹੀਂ ਹੁੰਦੀ। ਚੋਣ ਤਾਂ ਚੋਣ ਆ ਨਾ। ਜਿਵੇਂ ਸਿਆਣਾ ਬਾਣੀਆਂ ਇਹ ਬਾਣੀਆਂ ਜਿਹੜਾ ਨਾ ਬਿਜ਼ਨਸਮੈਨਾਂ ਦੀ ਹੁਣ ਜਮਾਤ ਬਣ ਗਈ ਹੈ ਤੇ ਬਿਜ਼ਨਸਮੈਨ ਦਾ ਤੁਸੀਂ ਦੇਖੋ ਇੱਕ ਮੋਬਾਈਲ ਦਾ ਤੁਸੀਂ ਕਨੈਕਸ਼ਨ ਕਟਾਉਣਾ ਹੋਵੇ ਕਿਵੇਂ ਤਰਲੇ ਲੈਂਦੇ ਨੇ ਕੰਪਨੀ ਵਾਲੇ। ਕਿਉਂ ਕਟਾ ਰਹੇ ਹੋ, ਕੈਸੇ ਕਟਾ ਰਹੇ ਹੋ, ਤੁਮੇ ਅੱਛਾ ਚਲੋ ਇੰਡੀਆ 'ਚ ਤਾਂ ਹਜੇ ਬੈਨੀਫਿਟ ਨਹੀਂ ਦਿੰਦੇ। ਬਾਹਰਲੇ ਦੇਸ਼ਾਂ 'ਚ ਤਾਂ ਤੁਹਾਡੇ ਬੜਾ ਕੁਛ ਡੀਲਾਂ ਅੱਛੀਆਂ ਦੇ ਦਿੰਦੇ ਨੇ ਤੁਹਾਨੂੰ। ਕੋਈ ਨਹੀਂ ਮੋਬਾਈਲ ਦੇ ਦਿੰਦੇ ਆ ਤੁਸੀਂ ਰੱਖੋ ਫਲਾਨਾ ਕਰੋ। ਗੱਲ ਠੀਕ ਆ ਵਪਾਰੀਆਂ ਦੀ ਹੈ ਤੇ ਇੱਕ ਵੋਟ ਵੀ ਗਈ ਇੱਕ ਸੀਟ ਵੀ ਗਈ ਤਾਂ ਬਹੁਤ ਵੱਡੀ ਗੱਲ ਹੈ। ਜੀ ਇਸ ਕਰਕੇ ਇਹ ਇਹਨਾਂ ਦੀ ਖਾਸੀਅਤ ਹੈ ਵੀ ਹਰ ਚੋਣ ਨੂੰ ਇਹ ਚੁਣੌਤੀ ਨਾਲ ਇੱਕ ਚੈਲੰਜ ਕਰਕੇ ਜਾਓ ਲੜਦੇ ਨੇ ਜੀ। ਭਾਵੇਂ ਜਿਹੜੀ ਮਰਜ਼ੀ ਹੋਵੇ ਵੇਖੋ ਨਾ ਉੱਥੇ ਸਥਾਨਕ ਚੋਣਾਂ ਹੋ ਗਈਆਂ। ਪ੍ਰਧਾਨ ਮੰਤਰੀ ਵਧਾਈ ਦੇ ਰਿਹਾ ਜੀ ਗੁਜਰਾਤ ਦੇ ਵਿੱਚ ਲੋਕਾਂ ਨੂੰ ਵੀ ਤੁਸੀਂ ਬਹੁਤ ਚੰਗਾ ਕੀਤਾ ਭਾਜਪਾ ਨੂੰ ਜਿਤਾਤਾ ਜੀ। ਬਾਕੀ ਜਿਹੜੇ ਹਰੇ ਉੱਥੇ ਕਹਿ ਦੇਣਾ ਸੀ ਵੀ ਤੁਸੀਂ ਇੱਥੇ ਹੀ ਸਾਡਾ ਖਿਆਲ ਰੱਖਿਆ ਕਰੋ ਜੀ। ਉਹ ਤੇ ਕੀਤਾ ਕਿਹਾ ਨਹੀਂ ਕਿਸੇ ਨੂੰ। ਜੀ ਚਲੋ ਚੰਗੀ ਗੱਲ ਹੈ ਜੀ। ਤੇ ਕੁਛ ਨਾ ਕੁਛ ਤਬਦੀਲੀ ਹੋਣੀ ਚਾਹੀਦੀ ਹੈ। ਤੇ ਹੁਣ ਸੁਪਰੀਮ ਕੋਰਟ ਦੀ ਇੱਕ ਬਹੁਤ ਵਧੀਆ ਅੱਜ ਫੇਰ ਜਿਹੜਾ ਆਪਾਂ ਫੈਸਲਾ ਆ ਗਿਆ ਕਹਿੰਦੇ ਸਰਕਾਰੀ ਨੀਤੀ ਦਾ ਵਿਰੋਧ ਕਰਨਾ ਇਤਰਾਜ਼ ਜਤਾਉਣਾ ਕੋਈ ਦੇਸ਼ ਧਰੋਹ ਨਹੀਂ। ਇਹ ਤਾਂ ਪੁਲਿਸ ਜਿਵੇਂ ਲੱਗੀ ਹੈ ਤਾਂ ਨਾਲ ਦੀ ਨਾਲ ਡੁੱਕੀ ਆਉਂਦੀ ਸੀ ਦੇਸ਼ ਧਰੋਹ ਦੇ ਮਾਮਲਿਆਂ 'ਚ। ਇਹ ਕਿਹਦੀ ਪਟੀਸ਼ਨ ਸੀ ਜੀ? ਕੀ ਹੈ ਫੈਸਲਾ? ਕਿਹਨੂੰ ਫਾਇਦਾ ਹੋਇਆ ਜੀ? ਇਹ ਕੋਈ ਰਜਤ ਸ਼ਰਮਾ ਨਾਂ ਦਾ ਵਿਅਕਤੀ ਸੀਗਾ। ਉਹਨੇ ਇੱਕ ਪਟੀਸ਼ਨ ਪਾਈ ਸੀ ਤੇ ਇਹਨੇ ਇੰਡੀਆ ਗਵਰਨਮੈਂਟ ਦੇ ਖਿਲਾਫ ਟਿੱਪਣੀਆਂ ਕੀਤੀਆਂ ਨੇ 370 ਧਾਰਾ ਲੈ ਕੇ ਫਾਰੂਕ ਅਬਦੁੱਲਾ ਜੀ। ਉਹ ਸੁਪਰੀਮ ਕੋਰਟ ਪਟੀਸ਼ਨ ਪਾਈ ਸੀ ਤੇ ਸੁਪਰੀਮ ਕੋਰਟ ਨੇ ਅੱਜ ਜਿਹੜੀ ਸੀ ਉਹ ਪਟੀਸ਼ਨ ਖਾਰਜ ਕਰਨ ਦੇ ਨਾਲ ਜਿਹਨੇ ਪਟੀਸ਼ਨ ਪਾਈ ਸੀ ਉਹਨੂੰ 50,000 ਰੁਪਇਆ ਜੁਰਮਾਨਾ ਪਾਇਆ ਜੀ ਕਿ ਇਹ ਤੇਰੀ ਪਟੀਸ਼ਨ ਬੇਲੋੜੀ ਸੀ, ਤੈਨੂੰ ਉਹ ਪਾਉਣ ਦਾ ਕੋਈ ਅਧਿਕਾਰ ਨਹੀਂ। ਵਿਚਾਰਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਸਭ ਨੂੰ ਹੈਗੀ ਜੀ। ਤੁਹਾਨੂੰ ਪਤਾ ਹੋਏਗਾ ਇੰਦਰਾ ਗਾਂਧੀ ਦੀ ਜਦੋਂ ਡੈਥ ਹੋਈ ਆ ਉਸ ਟਾਈਮ ਦੇ ਉੱਤੇ ਇੱਕ ਬਲਵੰਤ ਸਿੰਘ ਨਾਂ ਦਾ ਵਿਅਕਤੀ ਸੀ, ਇੱਕ ਹੋਰ ਸੀ ਸਰਕਾਰੀ ਮੁਲਾਜ਼ਮ ਸਨ ਜੀ। ਇਹਨਾਂ ਨੇ ਨਾਅਰੇਬੰਦੀ ਕਰ ਦਿੱਤੀ ਸੀ ਖਾਲਿਸਤਾਨ ਜਿੰਦਾਬਾਦ। ਇਹਨਾਂ ਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ ਸੀ ਤੇ ਜਦੋਂ ਅਦਾਲਤ ਮੁਕੱਦਮਾ ਚੱਲਿਆ ਸੀ ਤੇ ਅਦਾਲਤ ਨੇ ਕਹਿ ਦਿੱਤਾ ਨੂੰ ਬਰੀ ਕਰਤਾ ਸ਼ੁਰੂ ਜੀ। ਕਾਰਨ ਕੀ ਕਿਹਾ ਸੀ?
ਉਹ ਕਹਿੰਦੇ ਵੀ ਇਹਨਾਂ ਕਿਹਾ ਵੀ ਖਾਲਿਸਤਾਨ ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ ਦੇ ਨਾਲ ਨਾ ਕੋਈ ਕਾਨੂੰਨ ਨੂੰ ਨੁਕਸਾਨ ਪੁੱਜਾ, ਨਾ ਦੇਸ਼ ਨੂੰ ਨੁਕਸਾਨ ਪੁੱਜਾ, ਨਾ ਕਿਸੇ ਹੋਰ ਸੰਪਰਦਾ ਨੂੰ ਨੁਕਸਾਨ ਪੁੱਜਾ, ਨਾ ਇਹਨਾਂ ਦੇ ਇੱਕ ਨਾਰੇ ਤੇ ਲੋਕ ਇਕੱਠੇ ਹੋ ਕੇ ਕੋਈ ਭੰਨ ਤੋੜ ਕੀਤੀ ਆ। ਤੇ ਇਸ ਕਰਕੇ ਇਹ ਸਾਡੀ ਆਜ਼ਾਦੀ ਆ, ਸਾਨੂੰ ਆਜ਼ਾਦੀ ਆ ਵੀ ਅਸੀਂ ਇਹ ਗੱਲ ਕਹਿ ਸਕਦੇ। ਅਧਿਕਾਰ ਦਿੱਤਾ ਸਾਨੂੰ ਕੌਂਸਟੀਟਿਊਸ਼ਨ ਦੇ ਵਿੱਚ, ਵਿਚਾਰਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਹੈ ਜੀ। ਉਹਦੇ ਵਿੱਚ ਹੀ ਫਾਰੂਕ ਅਬਦੁੱਲਾ ਨੂੰ ਵੀ ਕੋਰਟ ਨੇ ਇਹੀ ਕਿਹਾ ਵੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਸਾਡਾ ਸੰਵਿਧਾਨ ਦਿੰਦਾ, ਤੇ ਆ ਜਿਹੜੀ ਪਟੀਸ਼ਨ ਪਾਈ ਹੈ ਇਹ ਅਦਾਲਤ ਦਾ ਸਮਾਂ ਖਰਾਬ ਕਰਨ ਵਾਸਤੇ ਪਾਈ ਗਈ ਜੀ। ਹੁਣ ਫਾਰੂਕ ਅਬਦੁੱਲਾ ਤੇ ਸਿਰਫ ਇਹ ਆ ਵੀ ਉਹ ਮੁਸਲਮਾਨ ਜੰਮੂ ਕਸ਼ਮੀਰ ਚ ਰਹਿੰਦਾ ਵਾ, 370 ਧਾਰਾ ਦੀ ਜਿਹੜੀ ਆ ਉਹਨੇ ਵਿਰੋਧਤਾ ਕੀਤੀ ਹੈ ਜੀ। ਹੁਣ ਕੋਰਟ ਨੇ ਇੰਨੀ ਗੱਲ ਕਹੀ ਵੀ ਉਹਨੇ ਜੇ ਵਿਰੋਧਤਾ ਕੀਤੀ ਕੋਈ ਗੁਨਾਹ ਨਹੀਂ ਕੀਤਾ। ਤੁਹਾਨੂੰ ਪਤਾ ਹੋਏ UN ਦੇ ਵਿੱਚ ਕੋਈ ਭੇਜਿਆ ਸੀ ਇਹਨੂੰ ਕਸ਼ਮੀਰ ਦਾ ਮੁੱਦਾ ਪੇਸ਼ ਕਰਨ ਵਾਸਤੇ, ਪਾਕਿਸਤਾਨ ਦੀ ਇਹਨੇ ਉਹ ਉੱਥੇ ਨਿਹਾਰੀ ਕਰਵਾਈ ਸੀ ਵੀ ਇਹ ਸਾਡਾ ਅੰਦਰੂਨੀ ਮਸਲਾ, ਤੁਸੀਂ ਇੰਟਰਫੀਅਰ ਕਰਨ ਵਾਲੇ ਕੌਣ ਹੋ ਜੀ? ਅਸੀਂ ਆਪਣੀ ਸਰਕਾਰ ਨਾਲ ਆਪਣੇ ਲੀਡਰਾਂ ਨਾਲ ਬੈਠ ਕੇ ਜਿੱਦਾਂ ਮਰਜ਼ੀ ਨਜਿੱਠ ਲਾਂਗੇ ਜੀ। ਜਿਹੜਾ ਬੰਦਾ ਜਾ ਕੇ UN ਦੇ ਵਿੱਚ ਹਿੰਦੁਸਤਾਨ ਦੀ ਗੱਲ ਕਰਦਾ, ਭਾਰਤ ਦੀ ਗੱਲ ਕਰਦਾ, ਕਸ਼ਮੀਰ ਦੀ ਗੱਲ ਕਰਦਾ ਵੀ ਸਾਡਾ ਅੰਦਰੂਨੀ ਮਾਮਲਾ ਵਾ, ਉਹਦੇ ਤੇ ਤੁਸੀਂ ਟਿੱਪਣੀ ਕਿਵੇਂ ਕਰ ਸਕਦੇ ਹੋ? ਹੁਣ ਕੋਰਟ ਨੇ ਕੀਤਾ ਵੀ ਉਹ ਰਜਤ ਸ਼ਰਮੇ ਦੀ ਪਟੀਸ਼ਨ ਤੇ ਕਰਤੀ ਖਾਰਜ ਜੀ ਜੀ, ਤੇ ਨਾਲ ਉਹਨੂੰ ਕਹਿਤਾ ਭਾਈ ਤੈਨੂੰ 50,000 ਰੁਪਇਆ ਜੁਰਮਾਨਾ ਕੀਤਾ ਜਾਂਦਾ ਵੀ ਤੂੰ ਜਾਂ ਤੇਰੇ ਵਕੀਲ ਨੇ ਜਿਹੜਾ ਸੀ ਇਹ ਪਹਿਲਾਂ ਪੂਰੀ ਤਰ੍ਹਾਂ ਸੰਵਿਧਾਨ ਦੀਆਂ ਧਾਰਾਵਾਂ ਕਿਉਂ ਨਹੀਂ ਵੇਖੀਆਂ, ਤੁਸੀਂ ਅਦਾਲਤ ਦਾ ਸਮਾਂ ਖਰਾਬ ਕੀਤਾ ਵਾ, ਇਸ ਕਰਕੇ ਤੁਹਾਨੂੰ 50,000 ਰੁਪਇਆ ਜੁਰਮਾਨਾ ਕੀਤਾ ਜਾਂਦਾ ਵਾ ਜੀ। ਤੇ ਗਾਂ ਹੁਣ ਜਿਹੜਾ ਜਾਣ ਲੱਗਾ 10 ਵਾਰੀ ਸੋਚੂਗਾ ਕੋਈ ਵੀ ਮੈਂ ਹੁਣ ਚੱਲਿਆ ਤੇ ਕੀ ਸੋਚ ਕੇ ਜਾਊਂਗਾ ਜੀ। ਆ ਬਿਲਕੁਲ ਗੱਲ ਤਾਂ ਸਹੀ ਹੈ, ਜਿਹਦਾ ਜੀ ਕਰਦਾ ਮੂੰਹ ਚੱਕ ਕੇ ਐਵੇਂ ਅਦਾਲਤਾਂ ਨੂੰ ਤੁਰ ਪੈਂਦਾ, ਕੰਮ ਦੀਆਂ ਚੀਜ਼ਾਂ ਉੱਥੇ ਜਿਹੜੀਆਂ ਨੇ ਉਹ ਚੜ੍ਹਦੀਆਂ ਨਹੀਂ। ਤੇ ਪਰ ਵਿਰੋਧੀਆਂ ਨੂੰ ਫਸਾਉਣ ਲਈ ਕਹਿੰਦੇ ਭਾਜਪਾਈ ਸੰਸਦ ਮੈਂਬਰ ਦੀ ਵੀ ਕਹਿੰਦੇ ਬੇਟਾ ਸੀ ਜਿਹੜਾ, ਉਹਨੇ ਵੀ ਕੋਈ ਕਹਿੰਦੇ ਸਾਜ਼ਿਸ਼ ਇਹੋ ਜਿਹੀ ਬਣਾਈ, ਕਹਿੰਦੇ ਗੱਲ ਹੀ ਛੱਡ ਦਿਓ। ਵੇਖੋ ਜੀ, ਇੱਕ ਨਖਲਊ ਦੇ ਨੇ, ਨਖਲਊ ਦੇ ਸੰਸਦ ਮੈਂਬਰ ਨੇ ਉੱਥੋਂ, ਤੇ ਇਹਨਾਂ ਦੇ ਬੇਟੇ ਨੇ ਕੀ ਕੀਤਾ ਵੀ ਇਹ ਸੋਚਿਆ ਵੀ ਉਹ ਬੇਸਿਕਲੀ ਬੇਟਾ ਅਲੱਗ ਰਹਿੰਦਾ ਸੀ ਆਪਣੇ ਉਹਨਾਂ ਸੰਸਦ ਮੈਂਬਰ ਤੋਂ। ਭਾਜਪਾ ਦੇ ਸੰਸਦ ਮੈਂਬਰ ਨੇ ਕਿਸ਼ੋਰ, ਇਹਨਾਂ ਦਾ ਪੁੱਤਰ ਆਯੂਸ਼, ਉਹਨੇ ਆਪਣੀ ਲਵ ਮੈਰਿਜ ਕਰਾਈ ਹੈ। ਇਹ ਕਹਿੰਦੇ ਵੀ ਸਾਡੇ ਨਾਲ ਨਾਰਾਜ਼ ਸੀ, ਸਾਡੇ ਘਰ ਤੋਂ ਘੱਟੋ ਘੱਟ 15-20 ਕਿਲੋਮੀਟਰ ਦੂਰੋਂ ਉਹ ਵੱਖਰਾ ਰਹਿੰਦਾ ਸੀ ਜੀ ਜੀ। ਉਹਨੇ ਆਪਣੇ ਵਾਸਤੇ ਜਿਹੜੀ ਸੀ ਲੈਣ ਵਾਸਤੇ, ਸਿਕਿਉਰਿਟੀ ਲੈਣ ਵਾਸਤੇ ਆਪਣੇ ਸਾਲੇ ਨੂੰ ਕਿਹਾ ਵੀ ਤੂੰ ਮੇਰੇ ਤੇ ਗੋਲੀ ਚਲਾ ਦੇ। ਉਹ ਗੋਲੀ ਚਲਾਈ, ਗੋਲੀ ਚਲਾਉਣ ਤੋਂ ਬਾਅਦ ਉਹਨੂੰ ਮਾੜੀ ਮੋਟੀ ਲੱਗੀ ਵੀ, ਉਹ ਹਸਪੀਟਲ 'ਚ ਐਡਮਿਟ ਕਰਾ ਦਿੱਤਾ ਗਿਆ। ਪੁਲਿਸ ਨੂੰ ਸ਼ੱਕ ਪਿਆ ਵੀ ਗੜਬੜ ਕਿਤੇ ਹੈਗੀ। ਜਦੋਂ ਉਹਨਾਂ ਤਫਤੀਸ਼ ਕੀਤੀ, ਲਾਗੇ ਨੇੜੇ ਕੈਮਰੇ ਕੂਮਰੇ ਚੈੱਕ ਕੀਤੇ, ਨਾ ਕੋਈ ਵਿਅਕਤੀ ਆਇਆ ਦਿਸਿਆ ਤੇ ਨਾ ਕੋਈ ਗਿਆ ਦਿਸਿਆ ਜੀ ਜੀ। ਤੇ ਪੁਲਿਸ ਨੇ ਫਿਰ ਜਿਹੜਾ ਸੀ ਅਖਬਾਰਾਂ 'ਚ ਖਬਰਾਂ ਵੀ ਛਪ ਗਈਆਂ ਸੀਗੀਆਂ ਵੀ ਇਹ ਸੰਸਦ ਦੇ ਉਹਦੇ ਭਾਜਪਾ ਸੰਸਦ ਮੈਂਬਰ ਦੇ ਮੁੰਡੇ ਤੇ ਗੋਲੀ ਚਲਾਈ ਜੀ ਅਣਪਛਾਤੇ ਵੀ ਲੋਕਾਂ ਨੇ ਜੀ। ਹੁਣ ਇਹਨਾਂ ਨੇ ਉਹਦੇ ਫਿਰ ਸਾਲੇ ਨੂੰ ਪੁੱਛ ਕੇ ਸਿੱਧੀ ਸਖਤੀ ਨਾਲ ਪੁੱਛ ਪੜਤਾਲ ਕੀਤੀ ਤੇ ਉਹ ਮੰਨ ਗਿਆ ਜੀ ਮੈਨੂੰ ਭਾਜੀ ਨੇ ਕਿਹਾ ਸੀ, ਵੀਰ ਜੀ ਨੇ ਕਿਹਾ ਸੀ ਵੀ ਤੁਸੀਂ ਗੋਲੀ ਚਲਾਓ ਕਿਉਂਕਿ ਆਪਣੀ ਸਿਕਿਉਰਿਟੀ ਮਿਲ ਜੇਗੀ। ਬਾਪੂ ਨਾਲ ਤਾਂ ਆਪਣੀ ਬਣਦੀ ਨਹੀਂ, ਇੱਦਾਂ ਸਿਕਿਉਰਿਟੀ ਲੈ ਲਈ ਆਪਾਂ। ਉਹਨੇ ਸਾਰੀ ਗੱਲ ਦੱਸਤੀ ਤੇ ਹੁਣ ਤਫਤੀਸ਼ ਕਰ ਰਹੀ ਆ। ਉਹ ਜਿਹੜਾ ਆਪ ਉਹਦੇ ਲੱਤ 'ਚ ਕਿੱਥੇ ਮਾੜੀ ਮੋਟੀ ਗੋਲੀ ਲੱਗੀ ਆ, ਉਹਨੂੰ ਬਾਅਦ 'ਚ ਰਿਹਾ ਵੀ ਛੱਡ ਦਿੱਤਾ ਗਿਆ। ਪੁਲਿਸ ਹੁਣ ਪੜਤਾਲ ਕਰ ਰਹੀ ਹੈ ਜੀ। ਤੇ ਉਹਦੇ ਪਿਓ ਨੇ ਕਹਿ ਵੀ ਦਿੱਤਾ ਵੀ ਇਹ ਆਪਣੇ ਸਾਲੇ ਦਾ ਰਹਿੰਦਾ ਸੀ, ਸਾਡੇ ਤੋਂ ਵੱਖਰਾ ਰਹਿੰਦਾ ਸੀ, ਸਾਡੇ ਨਾਲ ਦੀ ਕੋਈ ਗੱਲਬਾਤ ਨਹੀਂ ਸੀਗਾ, ਬੋਲ ਚੱਲ ਨਹੀਂ ਸੀਗਾ। ਲੇਕਿਨ ਜਦੋਂ ਬਾਪੂ ਨੂੰ ਪਤਾ ਲੱਗਾ ਵੀ ਮੇਰੇ ਪੁੱਤ ਤੇ ਗੋਲੀ ਚੱਲਦੀ, ਫਿਰ ਇਮੀਡੀਏਟਲੀ ਉੱਥੇ ਮੌਕੇ ਤੇ ਪੁੱਜਿਆ ਵੀ ਪੁੱਤਿਆ ਫਿਰ ਜੋ ਮਰਜ਼ੀ ਹੈ। ਸਿਰਫ ਉਹਨੇ ਲਵ ਮੈਰਿਜ ਕਰਾਈ ਸੀ, ਲਵ ਮੈਰਿਜ ਤੋਂ ਉਹਨੂੰ ਸ਼ਾਇਦ ਕੋਈ ਖਤਰਾ ਮਹਿਸੂਸ ਹੋਇਆ ਕਿ ਉਦਾਂ ਦੀ ਮਿਲਣੀ ਨਹੀਂ, ਸਾਨੂੰ ਸਿਕਿਉਰਿਟੀ ਦੇ ਲੈ ਲਈਏ ਜੀ। ਇਹ ਹੁਣ ਉਹਨਾਂ ਦਾ ਜਿਹੜਾ ਸੀ ਸਾਰਾ ਚਿੱਠਾ ਨੰਗਾ ਹੋ ਗਿਆ ਵਾ। ਹੁਣ ਪੁਲਿਸ ਉੱਤੇ ਪਰਚਾ ਦਰਜ ਕਰਕੇ ਅੰਦਰ ਦਿੰਦੀ ਆ ਕਿ ਉਹਨੂੰ ਛੱਡਦੀ ਆ, ਇਹ ਉਹਨੂੰ ਸਮਾਂ ਦੱਸੇਗਾ। ਪਰ ਗੱਲ ਤਾਂ ਹੈ ਨਾ, ਬਣੂਗੀ ਤਾਂ ਸਹੀ ਨਾ ਗੱਲ, ਐਵੇਂ ਤਾਂ ਹੈ ਨਹੀਂ ਜੇ। ਬਿਲਕੁਲ ਬਣੇਗੀ, ਬਿਲਕੁਲ ਬਣੇਗੀ। ਪਰ ਭਾਜਪਾ ਦਾ ਹੈਗਾ ਸ਼ੋਰ, ਪਰ ਗੱਲ ਇਹ ਵੀ ਦੂਜੇ ਪਾਸੇ ਜੇ ਪਿਓ ਨਾਲ ਨਹੀਂ ਬਣਦੀ ਤਾਂ ਚਾਚੇ ਨਾਲ ਬਣਦੀ ਹੋਊ, ਕਿਤੋਂ ਤਾਂ ਖੜਾ ਛੜਾ ਹੀ ਲਊ ਜੀ ਜੀ ਜੀ। ਪਰ ਉਧਰ ਇੱਕ ਭਾਜਪਾ ਵਾਲੇ ਦੀ ਕਹਿੰਦੇ ਉਹ ਫਿਲਮ ਆ ਗਈ ਆ ਬਾਹਰ, ਉਹ ਕਿੱਥੋਂ ਦਾ ਜੀ? ਉਹ ਕਰਨਾਟਕਾ ਦਾ ਜੀ। ਅੱਛਾ।
ਉਹ ਕਰਨਾਟਕਾ ਦਾ ਮੰਤਰੀ ਆ ਜਾਰਕੀ ਹੋਲੀ, ਉਹਨੇ ਆਪਣੇ ਉਹਦੇ ਤੋਂ ਅਸਤੀਫਾ ਦਿੱਤਾ ਤੇ ਜੈਦੀ ਯੂਰੋਪਾ ਨੇ ਉਹਦਾ ਅਸਤੀਫਾ ਪ੍ਰਵਾਨ ਵੀ ਕਰ ਲਿਆ ਜੀ। ਤੁਹਾਨੂੰ ਪਤਾ ਵਾ ਕਿ ਪਹਿਲਾਂ ਵੀ ਕੁਛ ਏਦਾਂ ਇੱਕ ਮੰਤਰੀ ਸੀ ਕਿ ਵਿਧਾਇਕ ਸੀ ਤੇ ਉਹ ਉਧਰ ਸੈਸ਼ਨ ਚੱਲਣ ਡਿਆ ਸੀ ਤੇ ਉਹ ਅਸ਼ਲੀਲ ਵੀਡੀਓ ਲਾ ਕੇ ਵੇਖੀ ਜਦੋਂ ਅਸੀਂ ਮੋਬਾਈਲ ਦੇ ਉੱਤੇ ਆ ਗਈ ਸੀ ਵੀਡੀਓ, ਬੜੀ ਵਾਇਰਲ ਹੋਈ ਸੀ ਉਹ। ਹਾਂਜੀ ਹਾਂਜੀ, ਉਹਨਾਂ ਨੂੰ ਮੁੜ ਕੇ ਅਸਤੀਫੇ ਦੇਣੇ ਪਏ ਸੀਗੇ ਜਿਨ੍ਹਾਂ ਕੋਲ ਜਵਾਬ ਹੀ ਕੋਈ ਨਹੀਂ ਸੀਗਾ। ਹੁਣ ਇਹਦੇ ਤੇ ਜਿਹਨੇ ਬੀਬੀ ਨੇ ਦੋਸ਼ ਲਾਇਆ ਉਹਨੇ ਸ਼ਰੇਆਮ ਕਿਹਾ ਵੀ ਮੇਰੇ ਨਾਲ ਇਹਨੇ ਸ਼ਾਦੀ ਦੀ ਗੱਲ ਕੀਤੀ ਸੀ, ਨੌਕਰੀ ਦੇਣ ਦੀ ਗੱਲ ਕੀਤੀ ਸੀ, ਮੇਰੇ ਨਾਲ ਜਿਨਸੀ ਸ਼ੋਸ਼ਣ ਕੀਤਾ ਇਹਨੇ ਬੰਦੇ ਨੇ। ਉਹਨੇ ਸੀਡੀ ਵੀ ਜਾਰੀ ਕਰਤੀ, ਪਿਆ ਸੀਡੀ ਹੈਗੀ ਆ। ਹੁਣ ਇਹਨਾਂ ਨੂੰ ਫਿਰ ਨੈਤਿਕਤਾ ਦੇ ਆਧਾਰ ਤੇ ਜਿਹੜਾ ਅਸਤੀਫਾ ਦੇਣਾ ਪਿਆ, ਲੇਕਿਨ ਫਿਰ ਵੀ ਉਹ ਕਹਿੰਦੇ ਮੀਡੀਆ ਵਾਲਿਆਂ ਨੂੰ ਮੈਂ ਨਿਰਦੋਸ਼ ਹਾਂ ਜੀ, ਮੈਂ ਕੁਛ ਨਹੀਂ ਕੀਤਾ, ਮੈਨੂੰ ਫਸਾਇਆ ਜਾ ਰਿਹਾ ਜੀ। ਤੇ ਇਹ ਆਉਣ ਵਾਲੇ ਸਮੇਂ 'ਚ ਬਰੀ ਹੁੰਦੇ ਆ ਕਿ ਅੰਦਰ ਜਾਂਦੇ ਆ ਕਿ ਬਾਹਰ ਆਉਂਦੇ ਆ, ਲੇਕਿਨ ਇਹ ਆ ਵੀ ਮੀਡੀਆ ਤੋਂ ਜਦੋਂ ਗੱਲ ਉਛਲ ਜਾਂਦੀ ਫਿਰ ਪੁਲਿਸ ਨੂੰ ਕਾਰਵਾਈ ਕਰਨੀ ਪੈਂਦੀ, ਭਾਵੇਂ ਮਾੜੀ ਕਰੇ ਤੇ ਭਾਵੇਂ ਚੰਗੀ ਕਰੇ। ਤੇ ਪੁਲਿਸ ਨੇ ਆਪਣੀ ਕਾਰਵਾਈ ਕਰ ਦਿੱਤੀ ਆ। ਹੁਣ ਇਹਨਾਂ ਨੂੰ ਅਸਤੀਫਾ ਵੀ ਦੇ ਦਿੱਤਾ ਵਾ। ਹੁਣ ਸਰਕਾਰ ਨੂੰ ਅੰਦਰ ਭੇਜਦੀ ਹੈ ਕਿ ਬਾਹਰ ਭੇਜਦੀ ਆ, ਉਹ ਸਰਕਾਰ ਦੇ ਡਿਪੈਂਡ ਕਰਦਾ ਵੀ ਜੈਦੀ ਯੂਰੋਪਾ ਜਿਹੜਾ ਵਾ ਉਹ ਆਪ ਵੀ ਜੇਲ੍ਹ 'ਚ ਰਹੇ ਨੇ ਮੰਤਰੀ ਸਾਹਿਬ ਜੀ ਜੀ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ। ਕਰਨਾਟਕਾ ਦੇ ਵਿੱਚ ਬੀਜੇਪੀ ਦੇ ਪੈਰ ਹੀ ਤੱਕ ਲੱਗਦੇ ਆ ਵੀ ਉੱਥੇ ਲੋਕਲ ਕੋਈ ਲੀਡਰ ਏਡਾ ਸਟਰੋਂਗ ਨਹੀਂ ਹੈਗਾ, ਕੋਈ ਪਾਰਟੀ ਸਟਰੋਂਗ ਨਹੀਂ ਜਿਹੜਾ ਮੁਕਾਬਲਾ ਕਰ। ਤੇ ਜੈਦੀ ਯੂਰੋਪਾ ਦੇ ਕੇਸ ਬਣੇ, ਉਹ ਅੰਦਰ ਗਏ, ਇਹਦੀ ਬੇਟੀ ਅੰਦਰ ਗਈ ਭ੍ਰਿਸ਼ਟਾਚਾਰ ਦੇ ਕੇਸ ਤੇ। ਫਿਰ ਸਾਡੇ ਉਹ ਆਗੂ ਨੇ, ਫਿਰ ਉਹ ਰਾਜ ਦੇ ਮੁਖੀ ਨੇ ਫਿਰ ਕਹਿੰਦੇ ਜੀ ਇੱਥੇ ਬੜੇ ਪਵਿੱਤਰ ਆ ਜੀ, ਉਹਨਾਂ ਕੋਲੋਂ ਫਿਰ ਦੇਸ਼ ਕੀ ਆਸ ਰੱਖੂਗਾ ਜੀ। ਤਾਂ ਹੁਣ ਇਹਨਾਂ ਦੀ ਜਿਹੜੀ ਆ ਸਾਡੇ ਜਾਤੀ ਹੋਲੀ ਜੀ, ਉਹਨਾਂ ਦੀ ਜਿਹੜੀ ਘੋਲਤੀ ਆ ਉਹ ਵੀ ਹੁਣ ਚਰਚਾ ਦਾ ਵਿਸ਼ਾ ਬਣੀ ਪਈ ਹੈ। ਬਿਲਕੁਲ ਬਿਲਕੁਲ ਬਿਲਕੁਲ, ਗੱਲ ਤਾਂ ਇਹੀ ਹੈ। ਤੇ ਵੈਸੇ ਭਾਜਪਾ ਦੀਆਂ ਹੀ ਖਬਰਾਂ ਅੱਜ ਜਿਵੇਂ ਮਰਜ਼ੀ ਕਰ ਰਹੀਏ। ਹੁਣ ਭਾਜਪਾ ਸਰਕਾਰ ਦਾ ਤੋਤਾ ਕਹਿੰਦੇ ਕਿਸਾਨਾਂ ਦੇ ਜਿਹੜੇ ਵਿਚਾਰੇ ਹਮਾਇਤੀ ਨੇ ਉਹਨਾਂ ਦੇ ਘਰੇ ਚੁੰਝਾਂ ਮਾਰਦਾ ਫਿਰਦਾ। ਬਿਲਕੁਲ ਜੀ, ਵੇਖੋ ਬਲਰਾਜ ਕੁੰਡੂ ਜਿਹੜਾ ਆਜ਼ਾਦ ਵਿਧਾਇਕ ਸੀ ਜਿਹਨੇ ਅਸਤੀਫਾ ਵੀ ਦੇ ਦਿੱਤਾ, ਤੇ ਉਹਦੇ ਘਰ ਕਿੰਨੇ ਰੇਡ ਹੋਏ ਜੀ। ਉਹਨੇ ਕਿਹਾ ਉਹਦੀ ਮੇਰੀ ਫੈਕਟਰੀ ਤੇ ਕਰ ਲਓ, ਮੇਰੇ ਘਰ ਕਰ ਲਓ, ਮੇਰੇ ਫਾਰਮ ਤੇ ਕਰ ਲਓ, ਜੋ ਤੁਹਾਨੂੰ ਮਿਲਦਾ ਜੋ ਕਰਨਾ ਕਰ ਲਓ, ਜੋ ਜੁਰਮਾਨਾ ਪਾਉਣਾ ਪਾ ਦਿਓ ਤੁਸੀਂ। ਜਿੱਦਾਂ ਉਦੋਂ ਸ਼ਿਵ ਸੈਨਾ ਵਾਲਿਆਂ ਨੇ ਕਿਹਾ ਸੀ ਨਾ, ਜਿੰਨੇ ਮਰਜ਼ੀ ਰੇਡ ਕਰ ਲਓ, ਅਸੀਂ ਸ਼ਿਵ ਸੈਨਾ ਦੇ ਵਿਧਾਇਕ ਆ, ਸ਼ਿਵ ਸੈਨਾ ਦੇ ਰਹਿਣਾ, ਜੋ ਮਰਜ਼ੀ ਕਰ ਲਓ। ਉਹਨਾਂ ਦੇ ਵੀ ਰੇਡ ਬਥੇਰੇ ਕੀਤੇ ਸੀ ਕਿ ਸ਼ਾਇਦ ਉਹ ਟੁੱਟ ਕੇ ਦਰਾਜ ਤੇ ਇੱਕ ਵੀ ਬੰਦਾ ਨਹੀਂ ਟੁੱਟਾ ਸੀ। ਹੁਣ ਬਲਰਾਜ ਕੁੰਡੂ ਤੇ ਜੋ ਰੇਡ ਕੀਤੇ ਗਏ, ਉਹਦੇ ਘਰ ਕੀਤੇ ਗਏ, ਬਾਹਰ ਕੀਤੇ ਗਏ, ਉਹਨੇ ਕਿਹਾ ਜਿਹੜੇ ਮੁਕੱਦਮੇ ਦਰਜ ਕਰਨੇ ਕਰ ਲਓ, ਕੀ ਕਰੋਗੇ, ਜੁਰਮਾਨੇ ਪਾ ਦਿਓਗੇ, ਪਾ ਦਿਓ ਤੁਸੀਂ ਜੀ। ਉਹਦੇ ਹੱਕ ਦੇ ਵਿੱਚ ਉੱਥੀਆਂ ਖਾਪ ਪੰਚਾਇਤਾਂ ਆ ਗਈਆਂ ਵੀ ਜੇ ਸਰਕਾਰ ਨੇ ਆ ਗੁੰਡਾਗਰਦੀ ਬੰਦ ਨਾ ਕੀਤੀ ਤੇ ਫਿਰ ਅਸੀਂ ਆਪਣੇ ਲੈਵਲ ਤੇ ਬੰਦ ਕਰਾਵਾਂਗੇ ਇਹਨਾਂ ਜੀ, ਕਿਉਂਕਿ ਉਹਨੇ ਕਿਸਾਨਾਂ ਦੀ ਸਪੋਰਟ ਕੀਤੀ ਸੀ ਵੀ ਮੈਂ ਕਿਸਾਨਾਂ ਦੇ ਨਾਲ। ਕਿਸਾਨਾਂ ਦੀ ਸਪੋਰਟ ਕਰਕੇ ਗੁਨਾਹ ਕੀ ਕੀਤਾ ਜੀ। ਦੂਜੇ ਪਾਸੇ ਜਿਹੜੇ ਸਾਡੇ ਹੈਗੇ ਸੀ ਆਪਣੇ ਬਾਲੀਵੁੱਡ ਦੀਆਂ ਹਸਤੀਆਂ, ਤਾਪਸੀ ਪੰਨੂ ਸੀ, ਅਨੁਰਾਗ ਕੱਚਰ ਸੀ, ਵਿਕਾਸ ਬਹਿਲ ਸੀ, ਉਹਨਾਂ ਦੇ ਉੱਤੇ ਵੀ ਸਰਕਾਰੀ ਤੋਤਿਆਂ ਦੀ ਛਾਪੇ ਵੱਜਣੀ ਸ਼ੁਰੂ ਹੋ ਗਈ। ਕਿਉਂਕਿ ਉਹਨਾਂ ਨੇ ਆਪਣੇ ਟਵਿੱਟਰ ਦੇ ਉੱਤੇ ਸਰਕਾਰ ਦੀ ਆਲੋਚਨਾ ਕੀਤੀ ਸੀ, ਕਿਸਾਨਾਂ ਦੇ ਹੱਕ 'ਚ ਭੁਗਤੇ ਸੀ ਜੀ। ਜੇ ਕਿਸਾਨਾਂ ਦੇ ਹੱਕ 'ਚ ਭੁਗਤੇ ਸੀ, ਉਹਨਾਂ ਕੀ ਗੁਨਾਹ ਕਰਤਾ। ਲੇਕਿਨ ਉਹਨਾਂ ਨੇ ਕਿਹਾ ਭਾਈ ਤੁਸੀਂ ਜੋ ਕਰਨਾ ਕਰ ਲਓ, ਜੋ ਤੁਸੀਂ ਕਰਨਾ, ਅਸੀਂ ਕਿਸਾਨਾਂ ਨਾਲ ਖੜੇ ਹਾਂ, ਅੱਜ ਵੀ ਖੜੇ ਆ, ਕੱਲ ਵੀ ਖੜੇ ਆ, ਜੋ ਤੁਸੀਂ ਸਾਡੇ ਤੇ ਰੇਡ ਕਰਨੇ ਕਰੀ ਜਾਓ ਤੁਸੀਂ ਜੀ। ਲੇਕਿਨ ਸਰਕਾਰ ਜਿਹੜੀ ਆ, ਜਿਹੜੀ CBI ਨੂੰ, ਜਿਹੜੀ ED ਨੂੰ 2013 ਦੇ ਵਿੱਚ ਕਹਿ ਚੁੱਕੀ ਸੀ ਸਾਡੀ ਸੁਪਰੀਮ ਕੋਰਟ ਵੀ, ਤੁਸੀਂ ਸਰਕਾਰ ਦੇ ਤੋਤੇ ਹੋ ਜੀ, ਤੇ ਤੋਤੇ ਹੁਣ ਚਿੰਝਾਂ ਮਾਰਦੇ ਮਾਰੀ ਜਾਣ ਦਿਓ ਜੀ। ਦੇਖੋ ਆਉਣ ਵਾਲੇ ਸਮੇਂ 'ਚ ਰਿਜ਼ਲਟ ਦੇ ਕੀ ਨਿਕਲਦੇ ਆ। ਇਹ ਜਿੰਨਾ ਵੀ ਇੰਨੀਆਂ ਜ਼ਿਆਦਤੀਆਂ ਕਰੂਗੀ BJP, ਉਹਦਾ ਕੋਈ ਨੁਕਸਾਨ ਹੋਏਗਾ, ਫਾਇਦਾ ਕੋਈ ਪੁੱਜਣ ਵਾਲਾ ਨਹੀਂ। ਇਹਨਾਂ ਦੇ ਐਡਵਾਈਜ਼ਰ ਕੌਣ ਆ ਇਹ ਨਹੀਂ ਪਤਾ। ਹੁਣ ਵੇਖੋ ਨਾ, ਪ੍ਰਧਾਨ ਮੰਤਰੀ ਦੇ ਭਾਸ਼ਣ ਤੇ ਕਿਸੇ ਪਾਰਟੀ ਸੀ ਜੀ, ਆਰਟੀ ਪਾਰਟੀ ਵੀ ਸਾਨੂੰ ਦੱਸੇ ਵੀ ਭਾਸ਼ਣ ਲਿਖਦਾ ਕੌਣ। ਤੁਹਾਨੂੰ ਪਤਾ ਹੋਏਗਾ ਜਦੋਂ 1957 ਦੇ ਵਿੱਚ ਪਹਿਲੀ ਵਾਰੀ ਸਾਡੇ ਮੈਂਬਰ ਪਾਰਲੀਮੈਂਟ ਬਣੇ ਨੇ ਵਾਜਪਾਈ ਸਾਹਿਬ ਜੀ ਜੀ, ਇਹਨਾਂ ਦੇ PA ਉਦੋਂ ਅਡਵਾਨੀ ਸਾਹਿਬ ਸੀ, ਚੰਗੇ ਪੜ੍ਹੇ, ਅੰਗਰੇਜ਼ੀ ਬੜੀ ਅੱਛੀ ਉਹਨਾਂ ਦੀ ਹੈਗੀ, ਉਹ ਭਾਸ਼ਣ ਲਿਖ ਕੇ ਦਿੰਦੇ ਸੀ ਜੀ। ਹੁਣ ਵੀ ਜਿਹੜਾ ਆਪਣਾ ਪ੍ਰਧਾਨ ਮੰਤਰੀ ਆ, ਪ੍ਰਧਾਨ ਮੰਤਰੀ ਦਾ ਭਾਸ਼ਣ ਦੀ ਇੱਕ ਟੀਮ ਆ ਬਕਾਇਦਾ, ਬਿਲਕੁਲ ਜੀ ਬਿਲਕੁਲ, ਜਿਹੜਾ ਭਾਸ਼ਣ ਲਿਖ ਕੇ ਦਿੰਦੀ ਹੈ, ਉਹ ਪੜ੍ਹਦੇ ਨੇ ਉਹਨੂੰ ਜੀ, ਤੇ ਪੜ੍ਹਨ ਦੇ ਨਾਲ ਆਪਣੇ ਲੰਕਰ ਨਾਲ ਜੁੜ ਜਾਂਦੇ। ਅੱਜ ਕੱਲ੍ਹ ਤੱਕ ਸ਼ੀਸ਼ਾ ਲੱਗਾ ਦਿੰਦਾ ਹੀ ਨਹੀਂ ਗਾ, ਟੈਲੀਪ੍ਰਾਂਪਟਰ ਲੱਗਿਆ ਹੁੰਦਾ, ਦਿੰਦਾ ਹੀ ਕੁਛ ਨਹੀਂ।
ਇਸੇ ਕਰਕੇ ਇਸ ਵੇਲੇ ਜਿਹੜੀ ਭਾਜਪਾ ਵਾ, ਜੇ ਇੱਥੋਂ ਤੱਕ ਲੋਕ ਪਹੁੰਚ ਗਏ ਵੀ ਪ੍ਰਧਾਨ ਮੰਤਰੀ ਨੂੰ ਭਾਸ਼ਣ ਦੱਸਿਆ ਜਾਵੇ ਤੇ ਕੱਲ ਨੂੰ ਤੁਹਾਨੂੰ ਹੋਰ ਤਰੀਕੇ ਨਾਲ ਵੀ ਕੇਅਰ ਇਹਨਾਂ ਦੇ ਐਡਵਾਈਜ਼ਰ ਪਤਾ ਨਹੀਂ ਕਿਹੜੇ ਆ ਵੀ ਤੁਸੀਂ ਆ ਜਿਹੜੇ ਕਲਾਕਾਰ ਇਹਨਾਂ ਵਿਗਾੜੀ ਜਾਂਦੇ ਹੋ, ਜਿਹੜੇ ਗਾਉਣ ਵਾਲੇ ਇਹਨਾਂ ਨੂੰ ਵਿਗਾੜੀ ਜਾਂਦੇ ਹੋ, ਕਿਸਾਨਾਂ ਨੂੰ ਵਿਗਾੜੀ ਜਾਂਦੇ ਹੋ, ਜਿਹੜਾ ਵਿਚਾਰਾ ਕਿਸਾਨਾਂ ਦੇ ਹੱਕ 'ਚ ਬੋਲਦਾ ਤੁਸੀਂ ਉਹਨੂੰ ਵਿਗਾੜੀ ਜਾਂਦੇ ਹੋ ਜੀ। ਇਸੇ ਕਰਕੇ ਮੇਰਾ ਕਹਿਣ ਤੋਂ ਭਾਵ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇਹਦਾ ਜਿਹੜਾ ਵਾ ਉਹ ਮੁਆਵਜ਼ਾ ਚੁਕਾਉਣਾ ਪਊਗਾ ਜੀ। ਜੀ ਇਹ ਤਾਂ ਦੇਖੋ ਗੱਲ ਸਹੀ ਹੈ ਤੁਹਾਡੀ ਵੀ ਇਹ ਜੋ ਵੀ ਕਰਦੇ ਆ ਤੁਹਾਨੂੰ ਕਰਨਾ ਤਾਂ ਲੇਖਾ ਜੋਖਾ ਤਾਂ ਦੇਣਾ ਹੀ ਪੈਂਦਾ ਹੈ। ਜੀ 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 ਜੀ। ਪਰ ਆਪਾਂ ਹੁਣ ਗੱਲ ਕਰੀਏ, ਅਦਾਲਤ ਸਖਤ ਹੁੰਦੀ ਨਜ਼ਰ ਆ ਰਹੀ ਹੈ, ਭਾਵੇਂ ਬੇਸ਼ੱਕ ਅਦਾਲਤਾਂ ਨੇ ਕਿਹਾ ਕਿ ਥਾਣਿਆਂ ਦੇ ਵਿੱਚ ਤੇ ਜਿਹੜੀ ਥਾਣਿਆਂ ਦੇ ਵਿੱਚ ਗਾਂ ਆਪਣੀ ਤੁਹਾਡੀ ਹੈਗੀ ਆ ਹਵਾਲਾਤ, ਉਹਦੇ ਵਿੱਚ CCTV ਕੈਮਰੇ ਲੱਗੇ ਵੀ ਹੋਏ ਨੇ ਬੜੇ ਥਾਵਾਂ ਦੇ ਉੱਤੇ। ਹੁਣ ਕਹਿੰਦੇ ਥਾਣੇ ਵੀ ਸਾਰੇ CCTV ਦੀ ਥੱਲੇ ਲਿਆਓ। ਬਿਲਕੁਲ ਜੀ, ਉਹ ਕਹਿੰਦੇ ਵੀ ਥਾਣੇ ਲਓ। ਇੱਥੋਂ ਤੱਕ ਜਿਹੜੀਆਂ ਤੁਹਾਡੀਆਂ ਏਜੰਸੀਆਂ ਨੇ ED ਹੋਈ, CBI, ਇਹਨਾਂ ਦੇ ਦਫ਼ਤਰਾਂ 'ਚ ਤੁਸੀਂ ਆਪਣੇ ਬਕਾਇਆ ਤੌਰ ਤੇ ਕੈਮਰੇ ਲਾਓ ਜੀ, ਕਿਉਂਕਿ ਇਹਨਾਂ ਕੋਲ ਸ਼ਿਕਾਇਤਾਂ ਬੜੀਆਂ ਜਾਂਦੀਆਂ ਨੇ। ਵੇਖੋ ਜੀ, ਮੈਨੂੰ 2 ਮਹੀਨੇ ਤੋਂ ਰਾਸ ਰੱਖਿਆ ਜੀ, ਮੈਨੂੰ 10 ਦਿਨ ਤੋਂ ਰਾਸ ਰੱਖਿਆ ਜੀ। ਉੱਥੇ ਤੇ ਸਰਕਾਰ ਜਿਹੜੀ ਕੋਰਟ ਆ ਉਹ ਕਈ ਦੇਰ ਜਿਹੜੇ ਉਹ ਟਾਈਮ ਖਰਾਬ ਹੁੰਦਾ ਰਹਿੰਦਾ। ਹੁਣ ਉਹ ਕਹਿੰਦੇ ਆ ਵੀ ਕਈ ਕੇਸ ਇਹੋ ਜਿਹੇ ਹੋਏ ਆ ਵੀ ਜਿਹੜੇ ਕੇਸ ਲੋਕਾਂ ਦੀ ਬਾਹਰ ਦੀ CCTV ਕੈਮਰਿਆਂ ਦੀ ਜਿਹੜੀਆਂ ਏਜੰਸੀਆਂ ਸੀ ਉਹਨਾਂ ਨੇ ਪੜਤਾਲ ਕਰਕੇ ਦੱਸਿਆ ਵੀ ਵਾਕਿਆ ਹੀ ਇਹ ਬੰਦੇ ਜਿਹੜੇ ਇਹ ਪਹਿਲਾਂ ਫੜੇ ਸੀ, ਅੱਜ ਫੜੇ ਗਏ ਜੀ। ਇਸੇ ਕਰਕੇ ਉਹਨਾਂ ਨੇ ਕਹਿਤਾ ਤੁਸੀਂ ਆਪਣੇ ਇੰਟਰੋਗੇਸ਼ਨ ਜਿਹੜੇ ਤੁਸੀਂ ਕਮਰੇ ਬਣਾਏ ਆ ਪੁੱਛਗਿੱਛ ਵਾਲੇ, ਉੱਥੇ ਵੀ ਕੈਮਰੇ ਲਾਓ ਤੇ ਹਵਾਲਾਤ 'ਚ ਵੀ ਲਾਓ। ਸਕਦੇ ਨੇ ਕੈਮਰੇ ਲੱਗੇ ਹੋਣੇ ਚਾਹੀਦੇ, ਪਤਾ ਲੱਗੇ ਬੰਦਾ ਕਿੰਨੇ ਵਜੇ ਆਇਆ, ਕਿੰਨੇ ਵਜੇ ਤੁਸੀਂ ਗ੍ਰਿਫਤਾਰ ਕੀਤਾ। ਹੁਣ ਇੱਥੇ ਹੋਇਆ ਕੀ ਜੀ? ਹੋਇਆ ਇਹ ਵੀ ਇੱਕ ਬੰਦੇ ਨੇ ਪਹਿਲਾਂ ਆਪ ਹੀ ਜਾ ਕੇ ਪਟੀਸ਼ਨ ਪਾਰਟੀ ਹਾਈ ਕੋਰਟ ਦੇ ਵਿੱਚ ਵੀ ਆਹ ਬੰਦਾ ਜਿਹੜਾ ਵਾ ਇਹਦਾ ਨਜਾਇਜ਼ ਰਾਸਤੇ ਰੱਖਿਆ ਜੀ, ਮੁੜ ਕੇ ਆਪ ਥਾਣੇ ਆ ਕੇ ਬਹਿ ਗਿਆ। ਕਦੀ ਇੱਥੇ ਵਜਾ ਉੱਥੇ ਬਹਿ ਉਹਨੂੰ ਫੜਿਆ ਸੀ, ਇਹਨਾਂ ਲਿਆਂਦਾ ਸੀਗਾ। ਉਹ ਕਹਿੰਦਾ ਜੀ ਮੈਨੂੰ ਤੇ ਕਈ ਦਿਨ ਹੋ ਗਏ ਫੜਿਆ ਨੂੰ। ਪੁਲਿਸ ਕਹੇ ਨਹੀਂ ਜੀ ਅਸੀਂ ਤੈਨੂੰ ਅੱਜ ਹੀ ਆਇਆ, ਹੁਣੇ ਜਾਂਦਾ। ਉਹ ਮੁੜ ਕੇ ਜਿਹੜੀ ਸੀ ਅਦਾਲਤ ਫਸ ਗਈ। ਫਿਰ ਉਹਦੀ ਜਿਹੜੀ ਸੀ ਪੜਤਾਲ ਹੋਈ ਤੇ ਵਾਕਈ ਵੀ ਉਹ ਪੁਲਿਸ ਨੂੰ ਫਸਾਉਣ ਦੀ ਜਿਹੜੀ ਗੱਲ ਸੀ, ਲੇਕਿਨ ਮੁਕੱਦਮਾ ਤੇ ਕੋਈ ਦਰਜ ਹੋ ਗਿਆ ਨਾ ਪੁਲਿਸ। ਹਾਂ ਬਿਲਕੁਲ ਹੋ ਗਿਆ ਜੀ, ਉਹ ਤਾਂ ਹੋ ਗਿਆ, ਕਿਹੜਾ ਤਾਂ ਬਾਹਰ ਹੀ ਪੈ ਗਿਆ। ਜਿੱਥੇ ਪੁਲਿਸ ਦੀ ਸੇਫਟੀ ਹੋਊਗੀ ਉੱਥੇ ਉਹਨਾਂ ਦੀ ਵੀ ਸੇਫਟੀ ਹੋਊ। ਲੇਕਿਨ ਜਦੋਂ ਪੁਲਿਸ ਨੇ ਜਿਹੜੀ ਇੰਟਰੋਗੇਸ਼ਨ ਕਰ ਰਹੀ ਹੈ ਨਾ, ਉਦੋਂ ਉਹਨਾਂ ਨੇ ਉੱਥੇ ਨਹੀਂ ਕਰਨੀ। ਲਿਖਿਆ ਹੋਊਗਾ ਇਸ਼ਨਾਨ ਕਰ, ਲਿਖਿਆ ਹੋਊ ਪਿਸ਼ਾਬ ਖਾਨਾ ਜੀ, ਬੰਦੇ ਨੂੰ ਭੇਜਣਗੇ ਪਿਸ਼ਾਬਖਾਨੇ ਦੇ ਬਹਾਨੇ ਅੰਦਰ ਤੇ ਮੁੜ ਕੇ ਅੰਦਰ ਜਾ ਕੇ ਆਪਣੀ ਜਿਹੜੀ ਪੁੱਠਾ ਟੰਗ ਲੈਣਗੇ ਉਹਨੂੰ, ਕੋਈ ਗੱਲ ਨਹੀਂ। ਉੱਥੇ CCTV ਕੈਮਰਾ ਕੀ ਕਰੂਗਾ ਜੀ? ਜੀ। ਪਰ ਗੱਲ ਤਾਂ ਇਹ ਵੀ ਹੈ ਨਾ ਜੀ, ਦੇਖੋ ਹੁਣ ਤੁਸੀਂ ਮੁਕੱਦਮੇ ਦੀ ਗੱਲ ਕੀਤੀ, ਆਪਾਂ ਬਠਿੰਡੇ ਦੀ ਗੱਲ ਕਰੀਏ। ਬਠਿੰਡੇ ਅੱਜ ਬੜਾ ਇੱਕ ਵੱਖਰਾ ਹੀ ਕੱਲ ਮਾਮਲਾ ਸਾਹਮਣੇ ਆਇਆ। ਇੱਕ ਲੜਕੀ ਹੈ, ਨਾਬਾਲਗ ਹੈ, ਉਹ ਆਪਦੇ ਹਮ ਜਮਾਤੀ ਦੇ ਨਾਲ ਘਰੋਂ ਚਲੀ ਜਾਂਦੀ ਹੈ। ਪਿਓ ਨੂੰ ਲੱਭਣ ਦੇ ਲਈ ਥਾਣੇ ਦਰਖਾਸਤ ਦਿੰਦਾ ਹੈ, ਪੁਲਿਸ ਫੜ ਲੈਂਦੀ ਹੈ। ਉਲਟਾ ਜਦੋਂ ਥਾਣੇ ਆਉਂਦੀ ਹੈ ਤਾਂ ਉਹ ਕਹਿੰਦੀ ਮੇਰਾ ਪਿਓ ਹੀ ਮੇਰੇ ਨਾਲ ਜਬਰ ਜਨਾਹ ਕਰਦਾ ਸੀ। ਹੁਣ ਇਹ ਤਾਂ ਤਫਤੀਸ਼ ਤੋਂ ਬਾਅਦ ਪਤਾ ਲੱਗੂ ਕੌਣ ਸੱਚਾ ਕੌਣ ਝੂਠਾ ਕੀ ਹੈ। ਪਰ ਜਦੋਂ ਧੀ ਬਾਪ ਦੇ ਉੱਤੇ ਇਹੋ ਜਿਹੇ ਇਲਜ਼ਾਮਾਤ ਲਾਉਂਦੀ ਹੈ ਤਾਂ ਆਪਣੇ ਆਪ ਬੜੀ ਸੁੰਨ ਕਰਨ ਦੇ ਨਾਲ ਹੀ ਖਬਰ ਹੈ। ਬਿਲਕੁਲ। ਇਹ ਇੱਕ ਨਹੀਂ ਜੀ, ਇਹੋ ਜਿਹੇ ਕਈ ਕੇਸ ਪੰਜਾਬ 'ਚ ਚੁੱਕੇ ਆ ਜੀ। ਇੱਕ ਕੇਸ ਦੇ ਵਿੱਚ ਤੇ ਇੱਕ ਬਸ਼ਰਮ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਘੋੜੀ ਬੁੱਢੀ ਜਿਹਦੇ ਵਿੱਚ ਸ਼ਰੀਰ ਦੇ ਇਕੱਠੇ ਪਾ ਲਈ ਸੀ। ਇਹੋ ਜਿਹੇ ਬਸ਼ਰਮ ਲੋਕ ਵੀ ਹੈਗੇ ਜੀ। ਲੇਕਿਨ ਇਹਦੀ ਸੱਚਾਈ ਕੀ ਹੈ ਹੁਣ ਪੁਲਿਸ ਤਫਤੀਸ਼ ਕਰ ਰਹੀ ਹੈ। ਅਗਲੇ 1-2 ਦਿਨਾਂ 'ਚ ਗੱਲ ਸਾਹਮਣੇ ਆ ਜਾਊਗੀ। ਜੇ ਉਹਨੇ ਇਹ ਗੱਲ ਕੀਤੀ ਹੈ ਤੇ ਮੈਂ ਸੋਚਦਾ ਇਹ ਸਮਾਜਿਕ ਤੌਰ ਤੇ ਵੀ ਤੇ ਧਾਰਮਿਕ ਤੌਰ ਤੇ ਵੀ ਤੇ ਸਾਡੇ ਬਹੁਤ ਮਾੜੀ ਹੈ। ਬਹੁਤ ਮਾੜੀ। ਇਹ ਸਾਡੇ ਰੱਬ ਦੇ ਰਿਸ਼ਤੇ ਨਾਤੇ ਬਣਾਏ ਗਏ ਨਾ ਜੀ, ਇਸੇ ਕਰਕੇ ਬਣਾਏ ਨਾ, ਨਾਂ ਦਿੱਤੇ ਗਏ ਉਹਨਾਂ ਨੂੰ। ਇਸੇ ਕਰਕੇ ਇਹ ਜਿਹੜੀ ਗਲਤ ਕੀਤੀ ਗੱਲ ਇੱਕ ਨਹੀਂ, ਹੋਰ ਵੀ ਕਈ ਕੇਸ ਸਾਹਮਣੇ ਇਹੋ ਜਿਹੇ ਆਏ ਆ ਜਿਹੜੇ ਬਸ ਸਾਬਤ ਵੀ ਬਕਾਇਆ ਤੌਰ ਤੇ ਵੀ ਉਹ ਜਿਹੜੇ ਪਿਓ ਹੀ ਜਿਹੜੇ ਸੀ ਆਪਣੀ ਧੀ ਨਾਲ ਇਹੋ ਜਿਹੇ ਬਲਾਤਕਾਰ ਕਰਦੇ ਨੇ ਤੇ ਮੁੜ ਕੇ ਪਰਚੇ ਵੀ ਦਰਜ ਹੋਏ ਜੀ, ਉਹਨਾਂ ਨੂੰ ਸਜ਼ਾਵਾਂ ਵੀ ਹੋਈਆਂ। ਲੇਕਿਨ ਇਹਦੇ ਵਿੱਚ ਹਾਲ ਦੀ ਕੜੀ ਤਫਤੀਸ਼ ਜਾਰੀ ਹੈ। ਤਫਤੀਸ਼ ਜਾਰੀ ਤੋਂ ਬਾਅਦ ਪਤਾ ਲੱਗੇਗਾ ਕਿ ਕਹਾਣੀ ਕੀ ਹੈ। ਹੁਣ ਉਹ ਲੜਕੀ ਉਹ ਆਪਣੇ ਦੋਸਤ ਨਾਲ ਕਿਉਂ ਗਈ, ਪਿਓ ਤੋਂ ਤੰਗ ਹੋ ਕੇ ਗਈ ਕਿ ਵੈਸੇ ਗਈ ਜੀ, ਇਹ ਅਜੇ ਜਾਂਚ ਦਾ ਵਿਸ਼ਾ ਜੀ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਤੇ ਹੁਣ ਆਪਾਂ ਗੱਲ ਕਰੀਏ ਤਾਂ ਜਿਹੜੀ ਕੰਗਣਾ ਰਣੌਤ ਹੈ ਉਹ ਸੁਪਰੀਮ ਕੋਰਟ ਪਹੁੰਚ ਗਈ। ਭਾਈ ਮੇਰੀ ਜਾਨ ਨੂੰ ਖਤਰਾ, ਸਾਰੇ ਮੇਰੇ ਕੇਸ ਆ ਜਿਹੜੇ ਇਕੱਠੇ ਕੁੱਠੇ ਕਰਕੇ ਸ਼ਿਮਲੇ ਭੇਜ ਦਿਓ।
ਉਹਦੇ 3 ਕੇਸ ਜਿਨ੍ਹਾਂ ਨੇ ਪਾਇਆ ਜੀ। ਪਹਿਲੀ ਗੱਲ ਤੇ ਉਹਨੇ ਸੋਸ਼ਲ ਮੀਡੀਆ ਤੇ ਜਿਹੜੀ ਵਲਗਰ ਜਿਹੜੀ ਸੀ ਉਹ ਬਿਆਨਬਾਜ਼ੀ ਕੀਤੀ ਸੀ, ਉਹ ਕੇਸ ਚੱਲਦਾ ਉਹਦੇ ਖਿਲਾਫ। ਦੂਸਰਾ ਕੇਸ ਇੱਕ ਜਿਹੜੇ ਮਸ਼ਹੂਰ ਸਾਡੇ ਗਾਇਕ ਨੇ ਜਾਵੇਦ ਅਖਤਰ, ਉਹਨਾਂ ਦੀ ਟਿੱਪਣੀ ਕੀਤੀ ਸੀ ਵੀ ਇਹਨੇ ਮੈਨੂੰ ਧਮਕਾਇਆ, ਉਹ ਕੇਸ ਚੱਲਦਾ। ਤੀਜਾ ਕੇਸ ਸੀ ਵੀ ਜਿਹੜੀ ਸੰਪਰਦਾਇਕ ਇਹਨੇ ਜਿਹੜੀ ਸੀ ਅੱਗ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ, ਉਹ ਕੇਸ। 3 ਕੇਸ ਦੀ ਬੰਬੇ ਚੱਲਦੇ। ਇਹਨੇ ਜਾ ਕੇ ਇੰਨੀ ਗੱਲ ਕਹੀ ਵੀ ਵੇਖੋ ਮੈਨੂੰ ਜਿਹੜਾ ਵਾ ਇਹ ਬੰਬੇ ਤੋਂ ਇਨਸਾਫ ਮਿਲਦੀ ਆਸ ਕੋਈ ਨਹੀਂ ਤੇ ਇਹ ਸਾਰੇ ਕੇਸ ਮੇਰੇ ਸ਼ਿਮਲੇ ਟ੍ਰਾਂਸਫਰ ਕੀਤੇ ਜਾਣ। ਅੱਛਾ ਜੀ। ਸੁਪਰੀਮ ਕੋਰਟ ਕੋਈ ਪਾਵਰ ਆ, ਜੇ ਤੁਸੀਂ ਜ਼ਿਲ੍ਹੇ ਤੋਂ ਜ਼ਿਲ੍ਹੇ ਕਰਨੇ ਤੇ ਉਹ ਹਾਈ ਕੋਰਟ ਕਰ ਸਕਦੀ ਹੈ, ਤੇ ਜੇ ਤੁਸੀਂ ਸਟੇਟ ਤੋਂ ਸਟੇਟ ਕਰਨੇ ਤਾਂ ਸੁਪਰੀਮ ਕੋਰਟ ਕਰ ਸਕਦੀ ਹੈ। ਵੀ ਬੀਬੀ ਪਹਿਲਾਂ ਤੇ ਤੂੰ ਬੜੀਆਂ ਬੜਕਾ ਮਾਰਦੀ ਸੀ ਤੇ ਉਹ ਕਰ ਦੂੰਗੀ ਜੇ ਕਰ ਦੂੰਗੀ, ਤੂੰ ਨਕਲੀ ਘੋੜੇ ਤੇ ਚੜ ਕੇ ਫਿਲਮਾਂ ਬਣਾ ਲਈਆਂ ਤੇ ਗੱਤੇ ਦੀ ਕਿਰਪਾਨ ਫੜ ਕੇ ਝਾਂਸੀ ਰਾਣੀ ਬਣ ਗਈ ਹੈ। ਹਾਂ ਹਾਂ, ਲੇਕਿਨ ਹੁਣ ਡਰਦੀ ਕਿਉਂ ਤੂੰ ਇਸ ਗੱਲ? ਤੂੰ ਦੇ ਬਲੀ ਦੇ ਸਾਹਮਣੇ ਦੇ ਹੋ ਕੇ। ਹੁਣ ਕੱਲ ਨੂੰ ਤੇ ਫਿਰ ਅਰਨਬ ਗੋਸਵਾਮੀ ਵੀ ਕੋਈ ਜਿੱਥੇ ਵੀ ਲੁਕਿਆ ਉਹ ਕਹੂਗਾ ਜੀ ਮੇਰੇ ਕਿਸੇ ਸਿਮਲੇ ਭੇਜ ਦਿਓ ਜੀ ਤੁਸੀਂ ਉੱਥੇ, ਮੈਂ ਵੀ ਉੱਥੇ ਜਾ ਕੇ ਲੜ ਲੂ, ਮੈਂ ਉੱਥੇ ਬੰਬਈ 'ਚ ਨਹੀਂ ਲੜਦਾ। ਹਾਂ, ਮੈਂ ਤਾਂ ਉੱਥੇ ਬਹਿ ਜਾਊਂਗਾ ਆਰਾਮ ਨਾਲ ਪਹਾੜਾਂ 'ਚ। ਹਾਂ ਹੁਣ ਇਹਨੇ ਜਿੰਨੀਆਂ ਗੱਲਾਂ ਗਲਤ ਕੀਤੀਆਂ, ਜਿੰਨੀਆਂ ਟਿੱਪਣੀਆਂ ਕੀਤੀਆਂ, ਬੀਬੀ ਮਹਿੰਦਰ ਕੌਰ ਨੇ ਟਿੱਪਣੀ ਕੀਤੀ, ਉਹਦਾ ਕੇਸ ਚੱਲਦਾ ਬਠਿੰਡੇ 'ਚ ਜੇ ਉਹਦੀ ਸਮਨਿੰਗ ਹੋਣੀ ਹੈ, ਉਹਦੇ 'ਚ ਬੁਲਾਇਆ ਗਿਆ ਫਿਰ। ਹਾਂ ਬਿਲਕੁਲ ਸਹੀ ਗੱਲ ਆ, ਬੀਬੀ ਦੀ ਹੋਣੀ ਆ। ਹੋਰ ਇਦਾਂ ਦੇ ਕੇਸ ਕਾਫੀ ਚੱਲਦੇ ਆ ਜੇ ਅਜੇ ਜਿੰਨੀ ਕਿ ਭੁੜਕਦੀ ਸੀ ਨਾ ਉਨਾ ਹੀ ਪਤਾ ਲੱਗਣਾ ਵੀ ਹੁਣ ਬੀਜੇਪੀ ਨੇ ਬਾਹਰ ਨਹੀਂ ਫੜਨੀ ਕਿਸੇ ਨੇ। ਨਾ 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 ਨਾ, ਉਹਨਾਂ ਨੇ ਵਰਤ ਦੇਣਾ। ਉਹ ਕਿਹੜਾ ਤੂੰ ਸਿਆਸੀ ਹੈ, ਉਹਨਾਂ ਨੇ ਤਾਂ ਵਰਤਣ ਵਾਲਾ ਠੋਲੂ ਰੱਖਿਆ। ਹੁਣ ਬੀਬੀ ਕਹੂਗੀ ਸ਼ਿਮਲੇ ਵਾਲੇ ਜੱਜ ਨੂੰ ਕਿ ਕਹੂ ਜੀ ਇਹਨੂੰ ਕੇਸ ਨੂੰ ਮੇਰੇ ਘਰੇ ਭੇਜ ਦਿਓ, ਮੇਰੇ ਬਾਪੂ ਫੈਸਲਾ ਕਰੇਗਾ ਇਹਦੇ ਬਾਰੇ ਚ ਕੀ ਕਰਨਾ। ਉਹ ਨਾ ਬੜੀ ਮੈਨੂੰ ਹਾਸੇ ਵਾਲੀ ਗੱਲ ਆਉਂਦੀ ਆ। ਇੱਕ ਮੈਂ ਬੈਠਾ ਕਿਸੇ ਮੰਤਰੀ ਕੋਲੇ, ਵਾਹਵਾ ਪੁਰਾਣੀ ਗੱਲ ਹੈ, ਉਹ ਕਹਿੰਦੇ ਜੀ ਮੇਰੇ ਬੱਚੇ ਦੀ ਨਾ ਟਰਾਂਸਫਰ ਕਰ ਦਿਓ। ਕਹਿੰਦੇ ਜੀ ਕਿੱਥੇ ਕਰਾਉਣੀ ਹੈ? ਕਹਿੰਦੇ ਜੀ ਬਹੁਤ ਦੂਰ ਜਾਂਦਾ ਹੈ, ਬੜੀ ਪਰੇਸ਼ਾਨੀ ਹੁੰਦੀ ਹੈ। ਕਹਿੰਦੇ ਕਿੰਨੀ ਕੁ ਦੂਰ ਜਾਂਦਾ? ਕਹਿੰਦਾ ਜੀ ਸਵੇਰੇ ਉੱਠ ਕੇ ਉਹਨੂੰ 5 ਕਿਲੋਮੀਟਰ ਨਾਲ ਦੇ ਪਿੰਡ ਦੇ ਵਿੱਚ ਜਾਣਾ ਪੈਂਦਾ ਹੈ। ਉਹ ਬੜਾ ਹੈਰਾਨ ਹੋਇਆ ਮੰਤਰੀ ਸੀ, ਉਹਦਾ ਸਪੋਰਟਰ। ਕਹਿੰਦਾ ਜੀ ਗੱਲ ਇਹ ਆ ਵੀ ਮੈਂ ਸੋਚ ਰਿਹਾ ਵੀ ਤੁਹਾਡੇ ਚੁੱਲ੍ਹੇ ਤੇ ਸਕੂਲ ਖੋਲਦੇ ਆ, ਫਿਰ ਤੁਹਾਡੇ ਬੱਚੇ ਨੂੰ ਤੇ ਨੌਂ ਨੂੰ ਉੱਥੇ ਹੀ ਕਿਉਂ ਨਾ ਟਰਾਂਸਫਰ ਕਰਦੇ? ਬਿਲਕੁਲ ਹੈ ਉਹ ਮੈਨੂੰ ਉਹ ਗੱਲ ਆਉਂਦੀ ਆ ਵੀ ਚੁੱਲ੍ਹੇ ਤੇ ਟਰਾਂਸਫਰ ਕਰਾਉਣ ਨੂੰ ਫਿਰਦੀ ਹੈ ਵੀ ਬਾਥਰੂਮ ਵੀ ਨਾ ਜਾਣਾ ਪਵੇ, ਬਾਹਰ ਵੀ ਨਾ ਜਾਣਾ ਪਵੇ, ਤੇ ਮੈਂ ਉੱਥੇ ਕੇਸ ਵੀ ਭੁਗਤੀ ਜਾਵਾਂ। ਪਰ ਉਧਰ ਪੁਲਿਸ ਕਹਿੰਦੇ ਜੀ ਉਹਨੇ ਕਿਤੇ ਮੁੰਡੇ ਕੁੜੀਆਂ ਇਕੱਠੇ ਹੋ ਗਏ ਤੇ ਪੁਲਿਸ ਪਹੁੰਚ ਗਈ। ਮੁੰਡਿਆਂ ਨੇ ਕਹਿੰਦੇ ਪੁਲਿਸ ਵੀ ਝੰਬਤੀ, ਕੁੜੀਆਂ ਫਰਾਰ ਹੋ ਗਈਆਂ। ਕਿੱਥੋਂ ਦੀ ਘਟਨਾ ਵਾਪਰੀ? ਇਹ ਅੰਮ੍ਰਿਤਸਰ ਦੀ ਯੂਨੀਵਰਸਿਟੀ ਸਾਹਮਣੇ ਪੈਂਦਾ ਸਾਡਾ ਜੀ ਇੱਕ ਏਰੀਆ। ਹਾਂ, ਕਬੀਰ ਪਾਰਕ, ਉੱਥੇ ਗੁਰੂ ਹਰਰਾਏ ਸਾਹਿਬ ਇੱਕ ਐਵਨਿਊ। ਅੱਛਾ ਜੀ। ਆਮ ਤੌਰ ਤੇ ਲੋਕੀ ਪੀਜ 'ਚ ਰਹਿੰਦੇ ਤੇ ਉਹ ਘਰੋਂ ਮੁੰਡੇ ਤਕੜੇ ਹੋਣਗੇ, 4-5 ਜਾਣੇ ਇੱਕ ਕੋਠੀ ਦੇ ਵਿੱਚ ਕਿਰਾਏ ਤੇ ਲੈ ਲਈ, ਉੱਥੇ ਰਹਿੰਦੇ ਸੀ। ਅੱਛਾ ਜੀ। ਹੁਣ ਅੰਮ੍ਰਿਤਸਰ ਦੇ ਵਿੱਚ ਇੱਕ ਵਾਰੀ ਇਸੇ ਤਰ੍ਹਾਂ ਕੁੜੀਆਂ ਮੁੰਡੇ ਹੋਟਲ 'ਚ ਬੈਠੇ ਚਾਹ ਪਾਣੀ ਪੀਣ ਦੇ, ਪ੍ਰਸ਼ਾਦੇ ਛਕਣ ਦੇ, ਤੇ ਕੁੰਵਰ ਵਿਜੇ ਪ੍ਰਤਾਪ ਨੇ ਰੇਡ ਕੀਤਾ ਤੇ ਉਹ ਫੜ ਕੇ ਲੈ ਗਿਆ ਵੀ ਗਲਤ ਕੰਮ ਕਰਦੇ ਜੀ। ਹਾਂ, ਉਦੋਂ ਇਹ ਐਸਪੀ ਹੁੰਦਾ ਸੀ ਤੇ ਜਗਦੀਸ਼ ਸਿੰਘ ਰੰਧਾਵਾ ਇੱਥੇ ਡੀਆਈਜੀ ਹੁੰਦਾ ਸੀ। ਅੱਛਾ ਜੀ। ਉਹਨੇ ਕਿਹਾ ਬਿਲਕੁਲ ਨਹੀਂ, ਜੇ ਬੱਚੇ ਬੈਠ ਕੇ ਇੱਕ ਜਗ੍ਹਾ ਆਪਣੇ ਕਲਾਸ ਫੈਲੋ ਚਾਹ ਪੀਂਦੇ, ਪ੍ਰਸ਼ਾਦਾ ਛਕਦੇ, ਤੈਨੂੰ ਕੀ ਇਤਰਾਜ਼ ਇਹਦੇ? ਹੁਣ ਤੁਹਾਨੂੰ ਪਤਾ ਹੋਏਗਾ ਵੀ ਜਿਹੜੀ ਧਾਰਾ 3 ਤੇ 4 ਉਦੋਂ ਲੱਗਦੀ ਜਦੋਂ ਜੀਓ ਰੈਂਕ ਦਾ ਅਧਿਕਾਰੀ ਨਾਲ ਹੁੰਦਾ ਵਾ, ਮੋਰਲ ਐਕਟ। ਉਹਦਾ ਤੁਸੀਂ 750 ਚਲਾਨ ਕਰਕੇ ਗਾਂਹ ਭੇਜ ਦਿੰਦੇ ਹੋ, ਤੇ ਅਗਲਾ ਉਸ ਵੇਲੇ ਜਿਹੜਾ ਸੀ ਉਹ ਬੰਦ ਕਰਕੇ ਘਰੋਂ ਆ ਜਾਂਦਾ। ਇਹਦੇ ਵਿੱਚ ਇਹਨਾਂ ਨੇ ਕਿਹਾ ਵੀ ਸਾਨੂੰ ਇਲਾਕੇ ਦੇ ਲੋਕਾਂ ਨੇ ਜਿਹੜਾ ਸੀ ਸ਼ਿਕਾਇਤ ਕੀਤੀ ਸੀ ਇੱਥੇ ਮੁੰਡੇ ਕੁੜੀਆਂ ਇਕੱਠੇ ਹੁੰਦੇ ਆ ਜੀ, ਤੇ ਸਾਨੂੰ ਸ਼ੱਕ ਆ ਵੀ ਇਹ ਗਲਤ ਕੰਮ ਕਰਦੇ ਜੀ। ਹੁਣ ਪੁਲਿਸ ਜਿਹੜਾ ਏਐਸਆਈ ਸੀ ਸਰਬਜੀਤ ਸਿੰਘ ਚੌਂਕੀ ਜੱਜ ਨੇ ਜਾ ਕੇ ਛਾਪਾ ਮਾਰਿਆ ਤੇ ਉੱਥੇ ਇੱਕ ਮੁੰਡਾ ਤੇ ਕੁੜੀ ਸੀ। ਜਾਂ ਤੇ ਤੁਸੀਂ ਅਸ਼ਲੀਲ ਹਾਲਤ 'ਚ ਫੜਿਆ, ਫਿਰ ਤੁਸੀਂ ਗੱਲ ਕਰੋ। ਹਾਂਜੀ, ਜੇ ਆਪਸ ਵਿੱਚ ਬੈਠੇ ਚਾਹ ਪਾਣੀ ਪੀਣ ਦੇ ਤੇ ਉਹਨਾਂ ਨੂੰ ਕਹੋ ਭਾਈ ਤੁਸੀਂ ਕੌਣ ਹੋ, ਕਿੱਥੋਂ ਆਏ? ਨਾਲੇ ਉਹ ਬਿਲਕੁਲ ਅਦਾਲਤ ਵੀ ਕਹਿੰਦੀ ਹੈ ਜੇ 2 ਮੈਚੁਰ ਬੰਦੇ ਨੇ, ਅਡਲਟ ਨੇ, ਉਹ ਬੈਠੇ ਕਿਤੇ ਤੁਸੀਂ ਇਤਰਾਜ਼ ਹੀ ਨਹੀਂ ਕਰ ਸਕਦੇ ਉਸ ਚੀਜ਼ ਤੇ, ਬਸ਼ਰਤੇ ਕਿ ਮੁੰਡੇ ਦੇ। ਹਾਂਜੀ, ਉੱਥੇ ਪੁਲਿਸ ਵਾਲੇ ਮੁੰਡੇ ਦੇ ਗੱਲ ਪੈ ਗਏ ਤੇ ਮੁੰਡੇ ਦੇ ਗੱਲ ਪੜ ਕੇ ਮੁੰਡਾ ਵੀ ਅੱਗੋਂ ਸਿੱਧਾ ਹੋ ਗਿਆ ਵੀ ਦੱਸੋ ਜੀ ਕਿ ਨਾ ਕੀ ਕੀਤਾ। ਇਹਦਾ ਮਿੰਟੀ ਫਿਰ ਕੁੜੀ ਜਿਹੜੀ ਸੀ ਜਿਹੜੀ ਉਹ ਭੱਜ ਗਈ ਉੱਥੋਂ ਆਪਣਾ ਬਚਾਅ ਕਰਕੇ। ਹੁਣ ਪੁਲਿਸ ਵਾਲੇ ਇਹ ਇਲਜ਼ਾਮ ਲਾਈ ਜਾਂਦੇ ਵੀ ਸਾਡੇ ਤੇ ਹਮਲਾ ਕੀਤਾ ਜੀ। ਕਹਿੰਦੇ ਵੀ ਤੁਸੀਂ ਉੱਥੇ ਕੀ ਗਏ ਸੀਗੇ, ਤੁਸੀਂ ਪੂਰੀ ਫੋਰਸ ਲੈ ਕੇ ਜਾਂਦੇ, ਤੁਸੀਂ ਜੀਓ ਰੈਂਕ ਦੇ ਅਧਿਕਾਰੀ ਲੈ ਕੇ ਜਿਹਨੂੰ ਪਤਾ ਸੀ ਵੀ ਉੱਥੇ ਕੰਮ ਹੁੰਦਾ, 3-4
ਧਾਰਾ ਜਿਹੜੀ ਇਮੋਰਲ ਐਕਟ ਆ ਵਾ, ਲੇਡੀ ਪੁਲਿਸ ਹੁੰਦੀ ਤੁਹਾਡੇ ਨਾਲ, ਸਾਰਾ ਕੁਝ ਹੁੰਦਾ। ਜਿਹੜੀ ਪੁਲਿਸ ਸਾਡੇ ਨਾਲ ਹੁੰਦੀ। ਹੁਣ ਕਹਿੰਦੇ ਜੋ ਉੱਪਰਲੀ ਹਦਾਇਤ ਆਉਣਗੀਆਂ ਅਫਸਰ ਉਹ ਕਰਾਂਗੇ, ਸਾਡੇ ਗੱਲ ਪੈ ਜੇ ਜੀ। ਪਹਿਲੀ ਗੱਲ ਤੇ ਇਹ ਆ ਵੀ ਜੇ ਤੁਹਾਨੂੰ ਇਲਾਕੇ ਦੇ ਲੋਕਾਂ ਨੇ ਕਿਹਾ ਸੀ ਤੇ ਇਲਾਕੇ ਦੇ ਲੋਕਾਂ ਨੇ ਫਿਰ ਸੀਡੀ ਬਾਹਰ ਕੱਢੀ ਆ। ਜਦੋਂ ਤੁਸੀਂ ਮੁੰਡੇ ਨੂੰ ਚਪੇੜਾ ਮਾਰਨੇ ਦੇ ਬਾਹਰ ਲਿਆ ਕੇ, ਤੇ ਮੁੰਡਾ ਕੀ ਕਰੇਗਾ ਫਿਰ? ਤੁਹਾਨੂੰ ਆਪਣਾ ਬਚਾਅ ਤਾਂ ਕਰੇਗਾ। ਕਰੂਗਾ। ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਵੀ ਕਿਸੇ ਦੇ ਚਪੇੜਾ ਮਾਰੋ? ਹਾਂਜੀ, ਉਹ ਵੀਡੀਓ ਰਿਲੀਜ਼ ਹੋ ਗਈ ਆ ਤੇ ਹੁਣ ਉਹਦੇ ਤੇ ਕਾਰਵਾਈ ਕੀਤੀ ਜਾ ਰਹੀ ਮੁੰਡੇ ਤੇ। ਹੁਣ ਕੁੜੀ ਨੂੰ ਫੜ ਕੇ ਲਿਆਉਂਦੇ ਆ, ਕੀ ਕਰਦੇ ਕੀ ਨਹੀਂ ਕਰਦੇ ਉਹ ਤੇ ਇਹਨਾਂ ਦੀ ਆਪਣੀ ਗੱਲ। ਲੇਕਿਨ ਮੈਂ ਤੁਹਾਨੂੰ ਦੱਸਦੀ ਵੀ ਹਰਦੀਪ ਸਿੰਘ ਰੰਧਾਵਾ DIG ਬਾਰਡਰ ਇਹਨਾਂ ਨੂੰ ਐਕਸ਼ਨ ਲਿਆ ਸੀਗਾ। ਕੁੰਵਰ ਵਿਜੇ ਪ੍ਰਤਾਪ ਨੂੰ ਕਿਹਾ ਸੀ ਤਾਂਗੇ ਉਦੋਂ ਇਹਨਾਂ ਦੀ ਵਿਗੜੀ ਸੀ ਨਾ। ਫਿਰ ਕੁੰਵਰ ਵਿਜੇ ਪ੍ਰਤਾਪ ਜਦੋਂ ਫਿਰੋਜ਼ਪੁਰ SSP ਲੱਗਦਾ ਤੇ ਜਗਦੀਸ਼ ਰੰਧਾਵੇ ਦੇ ਉੱਤੇ ਤੁਹਾਨੂੰ ਪਤਾ ਪਰਚਾ ਵੀ ਦਿੱਤਾ ਸੀ DIG ਤੇ ਵੀ। ਨਹੀਂ, ਉਹ ਜਗਦੀਸ਼ ਰੰਧਾਵੇ ਦੀ ਤਾਂ ਡੈਥ ਹੋ ਗਈ ਸੀ ਵਿਚਾਰੇ ਦੀ। ਅੱਛਾ ਜੀ। ਉਹ ਜਗਦੀਸ਼ ਬਹੁਤ ਵਧੀਆ ਬੰਦਾ ਸੀ, ਬੜਾ ਠੰਡੇ ਸੁਭਾਅ ਦਾ ਬੰਦਾ ਸੀਗਾ। ਹਾਂ, ਰਾਜਸਥਾਨ ਦੇ ਸੀ ਉਹ। ਮੇਲ ਜੋੜਾ ਬੰਦਾ ਸੀ, ਆਮ ਲੋਕਾਂ ਦੀ ਗੱਲ ਸੁਣਦਾ ਸੀ। ਉਹ ਇੱਥੋਂ ਤੱਕ ਕਹਿੰਦਾ ਸੀ ਦੁਪਹਿਰ ਦੀ ਰੋਟੀ ਤੋਂ ਜੇ 2 ਫੁਲਕੇ ਲੈ ਉੱਥੇ ਨਾਲ ਦਾਲ ਇੱਥੇ ਖਾ ਲੈਣੇ, ਲੋਕੀ ਬਾਹਰ ਬੈਠੇ ਪਏ ਗੱਲ ਸੁਣੀ ਇਹਨੂੰ। ਹਾਂ। ਇੱਕ ਉਹ ਤੇ ਇੱਕ ਸੁਰੇਸ਼ ਅਰੋੜਾ, 2 ਇੱਥੇ ਅੰਮ੍ਰਿਤਸਰ SSP ਰਹੇ ਨੇ ਜਿਹੜੇ ਇਦਾਂ ਕਰਦੇ ਰਹੇ ਨੇ। ਉਹ ਮੁੜ ਕੇ ਜਿਹੜਾ ਸੀ ਉਹਨੇ ਫਿਰ ਬੰਦੇ ਛਡਾਤੇ ਸੀ ਵੀ ਭਾਈ ਤੁਸੀਂ ਇਦਾਂ ਨਾ ਕਰੋ, ਲੋਕਾਂ ਨੂੰ ਪਰੇਸ਼ਾਨ ਨਾ ਕਰੋ। ਜੇ ਬੱਚੇ ਅਡਲਟ ਆਪਣੇ ਬੈਠੇ ਨੇ ਚਾਹ ਪਾਣੀ ਪੀਣ ਦੇ, ਕਿਤੇ ਉਹਨੂੰ ਪਰੇਸ਼ਾਨ ਨਾ ਕਰੋ। ਜੀ। ਪਰ ਗੱਲ ਕੀ ਹੈ ਨਾ ਜੀ, ਕੁਐਸਚਨ ਪਬਲਿਕ ਦੇ ਵਿੱਚ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਪਬਲਿਕ ਪਲੇਸ ਦੇ ਉੱਤੇ ਵੀ ਬੱਚੇ ਜਿਹੜੇ ਨੇ ਨਾ ਜੀ, ਉਹ ਬਹੁਤ ਜ਼ਿਆਦਾ ਨਜਾਇਜ਼ ਫਾਇਦਾ ਚੁੱਕਣ ਲੱਗ ਪਏ ਨੇ ਆਪਦੀ ਆਜ਼ਾਦੀ ਦਾ। ਇਹ ਵੀ ਇੱਕ ਬਹੁਤ ਵੱਡੀ ਪਬਲਿਕ ਪਲੇਸ ਦੇ ਉੱਤੇ ਬੜੀ ਅੰਬੈਰਸਮੈਂਟ ਹੁੰਦੀ ਹੈ। ਜਨਤਕ ਥਾਵਾਂ ਦੇ ਉੱਤੇ ਚਲੋ ਪਬਲਿਕ ਰੋਜ਼ ਗਾਰਡਨ, ਪਬਲਿਕ ਪਾਰਕ, ਉੱਥੇ ਚਲੇ ਜਾਓ। ਜਿਹੜੇ ਘਰੇਲੂ ਮੁਹੱਲਿਆਂ ਦੇ ਪਾਰਕ ਨੇ, ਰੈਜ਼ੀਡੈਂਸ਼ੀਅਲ ਪਾਰਕ ਆ, ਉਹਦੇ ਵਿੱਚ ਵੀ ਆ ਕੇ ਜਿਹੜੇ ਲੋਕ ਕੋਈ ਕਹਿੰਦਾ ਵੀ ਭਾਈ ਕਾਕਾ ਤੁਸੀਂ ਇੱਥੇ ਕੋਈ ਖੜੇ ਹੋ, ਅਸੀਂ ਡਿਸਟਰਬ ਹੁੰਦੇ, ਤਾਂ ਉਹਨਾਂ ਦੀ ਵੀ ਕੁੱਟਮਾਰ ਕਰ ਜਾਂਦੇ ਨੇ। ਜੀ। ਇਹ ਇੱਕ ਬਹੁਤ ਵੱਡਾ ਸਥਿਤੀ ਪੈਦਾ ਹੋਈ ਪਈ ਹੈ। ਜਿੱਦਣ ਵੈਲੈਂਟਾਈਨ ਡੇ ਹੁੰਦਾ ਵਾ। ਨਹੀਂ, ਵੈਲੈਂਟਾਈਨ ਨਹੀਂ ਜੀ, ਵਿਹਲਾ ਟਾਈਮ ਡੇ ਹੈ ਜੀ। ਆਲ ਟਾਈਮ ਵਿਹਲਾ ਟਾਈਮ ਡੇ ਹੁੰਦਾ। ਮੈਂ ਤੁਹਾਨੂੰ ਵੈਲੈਂਟਾਈਨ ਡੇ ਦੀ ਗੱਲ ਕਰਦੀ, ਉਦੋਂ ਸ਼ਿਵ ਸੈਨਾ ਨੂੰ ਕਿਹਦੇ ਉਦੋਂ ਸ਼ਿਵ ਸੈਨਾ ਜਾਗ ਪੈਂਦੀ ਆ, ਉਦੋਂ ਜਾਗ ਪੈਂਦੀ ਹੈ। ਦੇਖ ਲਓ, ਇਹ ਗੱਲ ਹੈ। ਤੇ ਹੁਣ ਆਪਾਂ ਗੱਲ ਕਰੀਏ ਤਾਂ ਸਾਰੇ ਮਾਮਲਿਆਂ ਦੇ ਉੱਤੇ ਸੁਮੇਧ ਸੈਣੀ ਨੂੰ ਜਿਹੜਾ ਹੈ ਕੀ ਜ਼ਮਾਨਤ ਮਿਲੀ ਜਾਂ ਨਹੀਂ ਮਿਲੀ, ਕੀ ਹੋਇਆ ਜੀ ਸਾਰਾ ਮਾਮਲਾ? ਸਮੇਧ ਸੈਣੀ ਦੇ ਖਿਲਾਫ ਇੱਕ ਤੁਹਾਨੂੰ ਪਤਾ, ਸਮੇਧ ਸੈਣੀ ਤੇ ਉਮਰਾ ਮੁਨੱਵਰ ਦੇ ਖਿਲਾਫ ਜਿਹੜਾ ਸੀ ਇਹਨਾਂ ਨੇ ਬਹਿਬਲ ਕਲਾਂ ਕੋਰਟ ਦੇ ਵਿੱਚ ਜਿਹੜਾ ਕਾਂਡ ਦੇ ਵਿੱਚ ਸ਼ਾਮਲ ਕੀਤਾ ਸੀ ਕੁੰਵਰ ਵਿਜੇ ਪ੍ਰਤਾਪ ਦੇ ਨਾਲ ਜੀ। ਇਹਨਾਂ ਦੀ ਚਾਰਜਸ਼ੀਟ ਵੀ ਪੇਸ਼ ਕਰਤੀ ਸੀ। ਉਸ ਚਾਰਜਸ਼ੀਟ ਦੇ ਖਿਲਾਫ ਇਹ ਕੋਰਟ 'ਚ ਵੀ ਗਏ ਤੇ ਫਰੀਦਕੋਟ ਦੀ ਅਦਾਲਤ ਨੇ ਇਹਨਾਂ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਜੀ। ਮੁੜ ਕੇ ਇਹ ਹਾਈ ਕੋਰਟ ਚਲੇ ਗਈ ਜੀ। ਹਾਈ ਕੋਰਟ ਦੇ ਵਿੱਚ ਇਹਨਾਂ ਨੂੰ ਅਗਾਊਂ ਜ਼ਮਾਨਤ ਮਿਲ ਗਈ ਸੀ ਤੇ ਇਹਨਾਂ ਨੇ ਹੁਣ ਉਹ FIR ਜਿਹੜੀ ਆ ਉਹ ਰੱਦ ਕਰਨ ਦੀ ਵੀ ਇੱਕ ਪਟੀਸ਼ਨ ਪਾਤੀ ਜੀ। ਦੂਜੀ ਪਟੀਸ਼ਨ ਦਰਜ ਹੋਈ ਸੀ ਕੋਟਕਪੂਰਾ ਕਾਂਡ। ਕੋਟਕਪੂਰਾ ਕਾਂਡ ਦੇ ਵਿੱਚ ਵੀ ਕੁੰਵਰ ਵਿਜੇ ਪ੍ਰਤਾਪ ਨੇ ਇਹਨਾਂ ਨੂੰ ਜਿਹੜੀ ਆ ਸੁਮੇਧ ਸਿੰਘ ਸੈਨੂ ਜਿਹੜਾ ਵਾ ਇਹ ਸ਼ਾਮਲ ਕੀਤਾ ਸੀ ਜੀ। ਕਿਉਂਕਿ ਉੱਥੇ ਜਿਹੜਾ ਸੀ SP ਜਾਂ SSP ਸੀ, ਉਹਦੇ ਨਾਲ ਘੱਟੋ ਘੱਟ ਰਾਤ 22 ਵਾਰੀ ਗੱਲ ਹੋਈ ਕਿ ਕੀ ਕੀਤਾ ਜਾਵੇ। ਉਹ ਸਾਰੀ ਉਹਨੇ ਰਿਕਾਰਡ ਕਢਾ ਲਿਆ, ਉਹ ਚ ਸ਼ਾਮਲ ਕਰਤਾ 120 ਦੇ ਵਿੱਚ ਇਹਨੂੰ ਸਮੇਧ ਸਿੰਘ ਸੈਣੀ ਦੀ ਇਹ ਵੀ ਸ਼ਾਮਲ ਹੈ ਜੀ। ਉਹਦੇ ਵਿੱਚ ਅਦਾਲਤ ਨੇ ਜਿਹੜਾ ਸੀ ਇਹਨਾਂ ਨੇ ਫਿਰ ਅਗਾਊਂ ਜ਼ਮਾਨਤ ਕੀਤੀ ਸੀ, ਅਪਲਾਈ ਤੋਂ ਉਹਨੇ ਅਦਾਲਤ ਨੇ ਇਨਕਾਰ ਕਰਤਾ, ਤੋਂ ਜ਼ਮਾਨਤ ਨਹੀਂ ਮਿਲ ਸਕਦੀ। ਹੁਣ ਕੋਟਕਪੂਰਾ ਕਾਂਡ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਵਾ ਹਾਈ ਕੋਰਟ ਜਾਣਗੇ, ਲੇਕਿਨ ਹਾਲ ਦੀ ਘੜੀ ਫਰੀਦਕੋਟ ਅਦਾਲਤ ਨੇ ਇਹਨਾਂ ਨੂੰ ਇਹਦੇ ਤੇ ਜ਼ਮਾਨਤ ਦੇਣ ਤੋਂ ਇਨਕਾਰ ਕਰਤਾ ਤੇ ਕਹਿਤਾ ਤੁਸੀਂ ਸਿੱਧੇ ਰੂਪ ਕੋਰਟ 'ਚ ਪੇਸ਼ ਹੋ ਜੀ। ਜੇ ਉਹ ਸਿੱਧੇ ਰੂਪ ਕੋਰਟ 'ਚ ਪੇਸ਼ ਹੁੰਦੇ ਤੇ ਫਿਰ ਰੈਸਟ ਇਹਨਾਂ ਦੀ ਯਕੀਨ ਨਹੀਂ। ਜੇ ਰੈਸਟ ਪੈਂਦੀ ਫਿਰ ਕੁੰਵਰ ਵਿਜੇ ਪ੍ਰਤਾਪ ਜਿਹੜਾ ਵਾ ਜੇ ਮੁਜਰਮ ਜਿਹੜੀ ਉਹ ਪੁੱਛ ਪੜਤਾਲ ਕਰੇਗਾ ਉਹਨਾਂ ਤੋਂ। ਹੁਣ ਇਹਨਾਂ ਨੇ ਫਿਰ ਹਾਈ ਕੋਰਟ ਜਾਣਗੇ, ਹਾਈ ਕੋਰਟ ਤੋਂ ਬੇਲ ਲੈਣਗੇ। ਸੈਣੀ ਦੇ ਬੜੇ ਬੜੇ ਦੋਸਤ ਦਿੱਲੀ ਬੈਠੇ ਆ, ਲਿੰਕ ਤਾਂ ਹੈਗੇ ਹੀ ਆ, ਕੁਝ ਵੀ ਕਰਨ ਦੇ ਸਮਰਥ। ਵੇਖੋ ਸਭ ਕੁਝ ਸਾਬਤ ਹੋ ਗਿਆ ਸੈਣੀ ਕੇਸ ਦੇ ਵਿੱਚ। ਤੁਸੀਂ ਉਹਨਾਂ ਦਾ ਘਰ ਬਰਬਾਦ ਕਰਤਾ, ਉਹਨਾਂ ਦੀ ਏਜੰਸੀ ਤੇ ਬੁਲਡੋਜ਼ਰ ਫੇਰਤਾ, ਤੁਸੀਂ ਉਹਨਾਂ ਦੇ ਬੰਦੇ ਉਜਾੜਤੇ ਜੀ, ਉਜਾੜਤੇ। ਜਿਹੜੇ ਬਾਇਲਰ ਛੁੱਟ ਕੇ ਸਾੜ ਦਿੱਤੇ, 2 ਭਰਾ ਤੁਸੀਂ ਮਾਰਤੇ, ਇੱਕ ਭਰਾ ਬੱਚਾ, ਉਹਦੀ ਮਾਂ ਜਿਹੜੀ ਸੀ ਲੜਦੀ ਅਖੀਰ ਦੁਨੀਆ ਤੋਂ ਚਲੀ ਗਈ। ਹੁਣ ਭਰਾ ਜਿਹੜਾ ਉਹ ਲੱਗਾ ਵਾ ਹਾਲ ਦੀ ਘੜੀ ਵੀ ਮੈਂ ਇਨਸਾਫ ਲੈ ਕੇ ਛੱਡਦਾ। ਉਸ ਕੇਸ ਸਭ ਕੁਝ ਸਾਬਤ ਹੋਣ ਦੇ ਬਾਵਜੂਦ ਵੀ ਉਹਨੂੰ ਸੈਸ਼ਨ ਕੋਰਟ ਨੇ ਨਹੀਂ, ਉਹਨੂੰ ਹਾਈ ਕੋਰਟ ਨੇ ਨਹੀਂ, ਸੁਪਰੀਮ ਕੋਰਟ ਤੋਂ ਜਾ ਕੇ ਬੇਲ ਲੈ ਜੀ। ਤੇ ਜੇ ਬੇਲ ਸੁਪਰੀਮ ਕੋਰਟ ਤੋਂ ਮਿਲ ਗਈ ਹੈ ਤੇ ਫਿਰ ਤੁਸੀਂ ਵੇਖੋ, ਉਦੋਂ ਤੇ ਨੌਕਰੀ ਦੇ ਵਿੱਚ ਸੀਗਾ, ਚਲੋ ਕਹਿ ਦਿੱਤਾ ਵੀ ਨਹੀਂ ਕਿੱਥੇ ਭੱਜਣਾ, ਉਹ ਰਿਟਾਇਰ
ਜੀ ਜੇ ਹੁਣ ਵੀ ਕੋਰਟਾਂ ਬੇਲ ਦੇ ਰਹੀਆਂ ਉਹਨੂੰ ਤੇ ਮੈਂ ਹੀ ਸੋਚਦਾ ਵੀ ਕਿਤੇ ਨਾ ਕਿਤੇ ਗੜਬੜ ਜ਼ਰੂਰ ਕਿਤੇ ਹੈਗੀ। ਜੀ ਚੋ ਬਹੁਤ ਬਹੁਤ ਧੰਨਵਾਦ ਪੱਟੀ ਸਾਹਿਬ ਤੁਹਾਡਾ, ਸ਼ੁਕਰੀਆ ਜੀ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਬਾਦ ਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਥੋੜ੍ਹੀ ਦੇਰ ਬਾਅਦ ਬ੍ਰੇਕ ਤੋਂ ਬਾਅਦ ਮਿਲਾਂਗੇ ਜੀ, ਆਪਣੇ ਨਾਲ ਜੁੜਨਗੇ ਨੀਲ ਭਲਿੰਦਰ ਜੀ, ਜਾਣਾਂਗੇ ਵਿਧਾਨ ਸਭਾ ਦੇ ਵਿੱਚ ਕੀ ਕੁਛ ਵਾਪਰਿਆ। ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ। ਫਿਲਹਾਲ ਇੱਕ ਬ੍ਰੇਕ ਤੋਂ ਪਹਿਲਾਂ ਤੁਸੀਂ ਇੱਕ ਸੁਣੋਗੇ ਮਿੰਨੀ ਕਹਾਣੀ ਬਲਰਾਜ ਸਰਾਂ ਦੀ ਗੁੱਡੀ ਦੇ ਗੀਟੇ। ਸੋ ਗੁੱਡੀ ਦੇ ਗੀਟੇ ਕਹਾਣੀ ਹੈ ਜੀ, ਜ਼ਰੂਰ ਤੁਹਾਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੰਨ ਸਵੰਨਗੀਆਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੁਹਾਡੇ ਨਾਲ ਫਿਰ ਜੁੜਦੇ ਹਾਂ, ਜੁੜੇ ਰਹੋ ਰੇਡੀਓ ਪੰਜਾਬ। ਰੇਡੀਓ ਪੰਜਾਬ ਟੁਡੇ ਤੋਂ ਇੱਕ ਨਵੀਂ ਕਲਮ ਦੇ ਨਾਲ ਹਾਜ਼ਰ ਹਾਂ ਮੈਂ ਗੁਰਜੀਤ। ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਬਲਰਾਜ ਸਿੰਘ ਸਰਾਂ ਜੀ ਦੀ ਲਿਖੀ ਹੋਈ ਕਹਾਣੀ ਗੁੱਡੀ ਤੇ ਗੀਟੇ। ਪਰ ਕਹਾਣੀ ਸੁਣਨ ਤੋਂ ਪਹਿਲਾਂ ਸਾਡਾ ਫੇਸਬੁੱਕ ਪੇਜ ਲਾਈਕ ਕਰਨਾ ਨਾ ਭੁੱਲਣਾ ਤੇ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਜੇ ਤੁਸੀਂ ਵੀ ਆਪਣੀ ਲਿਖੀ ਹੋਈ ਕੋਈ ਕਹਾਣੀ ਸਾਨੂੰ ਭੇਜਣਾ ਚਾਹੁੰਦੇ ਹੋ ਤਾਂ ਸਾਨੂੰ WhatsApp ਕਰ ਸਕਦੇ ਹੋ 9214410666 ਤੇ 9216410666 ਤੇ ਆਓ ਸੁਣਦੇ ਹਾਂ ਕਹਾਣੀ ਗੁੱਡੀ ਤੇ ਗੀਟੇ। ਰੋਜ਼ਾਨਾ ਦੀ ਤਰ੍ਹਾਂ ਅੱਜ ਫਿਰ ਗੁੱਡੀ ਸਾਰੀ ਛੁੱਟੀ ਤੋਂ ਪਹਿਲਾਂ ਆਪਣੇ ਗੀਟੇ, ਆਪਣੀ ਮਰ ਚੁੱਕੀ ਮਾਂ ਦੀ ਫੋਟੋ, ਚੂੜੀਆਂ ਤੇ ਸੁਰਖੀ ਬਿੰਦੀ ਵਗੈਰਾ ਇੱਕ ਲਿਫਾਫੇ 'ਚ ਚੰਗੀ ਤਰ੍ਹਾਂ ਲਪੇਟ ਕੇ ਇੱਟਾਂ ਦੇ ਢੇਰ 'ਚ ਲੁਕੋ ਕੇ ਨਾ ਚਾਹੁੰਦੇ ਹੋਏ ਵੀ ਦੂਸਰੀ ਦੁਨੀਆ ਯਾਨੀ ਕਿ ਆਪਣੇ ਘਰ ਜਾਣ ਲਈ ਤਿਆਰ ਸੀ। ਗੁੱਡੀ ਜਿਹਦਾ ਮਾਂ ਨੇ ਭਾਵੇਂ ਚਾਅ ਨਾਲ ਨਾਮ ਮਨਪ੍ਰੀਤ ਰੱਖਿਆ ਸੀ, ਪਰ ਘਰ ਤੇ ਬਾਹਰ ਸਾਰੇ ਉਹਨੂੰ ਮਾੜੀ ਕਹਿ ਕੇ ਹੀ ਪੁਕਾਰਦੇ ਤੇ ਉੱਪਰੋਂ ਕਿਸਮਤ ਦੀ ਵੀ ਅਜਿਹੀ ਮਾੜੀ ਨਿਕਲੀ ਕਿ ਬਚਪਨ 'ਚ ਮਾਂ ਦੀ ਮੌਤ ਤੋਂ ਬਾਅਦ ਮਤਰੇਈ ਮਾਂ ਦੇ ਜ਼ੁਲਮ, ਪਿਤਾ ਦੀ ਅਣਦੇਖੀ, ਨਸ਼ੇ ਤੇ ਅੱਤ ਦੀ ਗਰੀਬੀ ਨੇ ਉਹਨੂੰ ਅਜਿਹਾ ਕਠੋਰ ਬਣਾਤਾ ਕਿ ਉਹਦਾ ਕਿਸੇ ਨਾਲ ਜ਼ਿਆਦਾ ਮੇਲ ਜੋਲ ਹੀ ਨਹੀਂ ਸੀ। ਸਕੂਲ ਵੀ ਉਹਦੇ ਲਈ ਸਿਰਫ ਰੱਜ ਕੇ ਖਾਣ ਤੇ ਗੀਟਿਆਂ ਨਾਲ ਖੇਡਣ ਜਾਂ ਮਾਂ ਦੀਆਂ ਯਾਦਾਂ ਨਿਹਾਰਨ ਦੀ ਇੱਕ ਥਾਂ ਹੀ ਸੀ, ਕਿਉਂਕਿ ਘਰੇ ਉਹਨੂੰ ਇਹ ਸਭ ਨਸੀਬ ਨਹੀਂ ਸੀ ਹੁੰਦਾ। ਭਾਵੇਂ ਅਧਿਆਪਕਾਂ ਨੇ ਪਿਆਰ ਦੁਲਾਰ ਦਿੰਦਿਆਂ ਤੇ ਹੀਨ ਭਾਵਨਾ ਤੋਂ ਬਚਾਉਣ ਲਈ ਉਹਦਾ ਨਾਂ ਮਾੜੀ ਤੋਂ ਗੁੱਡੀ ਰੱਖਿਆ, ਪਰ ਉਹਨੂੰ ਕੋਈ ਪਰਵਾਹ ਨਹੀਂ ਸੀ ਕਿ ਉਹਨੂੰ ਕੋਈ ਬੁਲਾਵੇ ਜਾਂ ਕਿਹੜੇ ਨਾਂ ਨਾਲ ਬੁਲਾਵੇ। ਗੁੱਡੀ ਦਾ ਤਾਂ ਆਪਣਾ ਹੀ ਸੰਸਾਰ ਸੀ, ਪੜ੍ਹਾਈ 'ਚ ਵੀ ਉਹਦਾ ਮਨ ਨਾ ਲੱਗਦਾ, ਪਰ ਅਧਿਆਪਕਾਂ ਦੀਆਂ ਗ੍ਰਹਿਆਂ, ਸੂਰਜ ਤੇ ਚੰਨ ਤਾਰਿਆਂ ਦੀਆਂ ਗੱਲਾਂ ਸੁਣਨੀਆਂ ਗੁੱਡੀ ਨੂੰ ਵਧੀਆ ਲੱਗਦੀਆਂ। ਉਹਨੂੰ ਲੱਗਦਾ ਕਿ ਅਧਿਆਪਕ ਮੋਈ ਮਾਂ ਦੇ ਅਲੌਕਿਕ ਦੇਸ਼ ਦੀਆਂ ਕਹਾਣੀਆਂ ਹੀ ਸੁਣਾ ਰਹੇ ਹੈ। ਜਮਾਤ 'ਚ ਵੀ ਕਿਸੇ ਬੱਚੇ ਨਾਲ ਬੈਠਣਾ ਜਾਂ ਹੱਸਣਾ ਖੇਡਣਾ ਗੁੱਡੀ ਨੂੰ ਉੱਕਾ ਹੀ ਚੰਗਾ ਨਾ ਲੱਗਦਾ। ਉਹ ਤਾਂ ਆਖਰੀ ਬੈਂਚ ਤੇ ਬੈਠ ਆਪਣੀ ਦੁਨੀਆ ਦਾ ਆਨੰਦ ਮਾਣਨਾ ਲਗਾਤਾਰ ਲੋਚਦੀ ਰਹਿੰਦੀ ਕਿ ਕਦੋਂ ਅੱਧੀ ਛੁੱਟੀ ਹੋਵੇ ਜਾਂ ਜਮਾਤ ਖਾਲੀ ਹੋਵੇ ਤੇ ਉਹ ਗੀਟੇ ਖੇਡਦੀ ਖੇਡਦੀ ਮਾਂ ਕੋਲ ਪਹੁੰਚ ਜਾਵੇ। ਉਹੀ ਗੀਟੇ ਜਿਹੜੇ ਉਹਦੀ ਮਾਂ ਮਰਨ ਤੋਂ ਪਹਿਲਾਂ ਗੁੱਡੀ ਨਾਲ ਖੇਡਦੀ ਹੁੰਦੀ ਸੀ। ਗੁੱਡੀ ਸਵੇਰੇ ਸਕੂਲ ਆ ਕੇ ਦੱਬੇ ਪੈਰੀਂ ਆਪਣੀ ਜਮਾਤ ਦੇ ਪਿਛਲੇ ਪਾਸੇ ਜਾਂਦੀ ਤੇ ਇੱਟਾਂ ਦੇ ਢੇਰ 'ਚ ਲੁਕਾਏ ਆਪਣੇ ਗੁਪਤ ਖਜ਼ਾਨੇ ਨੂੰ ਕੱਢ ਕੇ ਬਸਤੇ 'ਚ ਪਾ ਕੇ ਸਾਰਾ ਦਿਨ ਰੱਜ ਕੇ ਸਾਥ ਮਾਣਦੀ, ਖੇਡਦੀ ਤੇ ਸਾਰੀ ਛੁੱਟੀ ਤੋਂ ਪਹਿਲਾਂ ਫਿਰ ਲੁਕੋ ਆਉਂਦੀ। ਗੀਟਿਆਂ ਨਾਲ ਖੇਡਦੀ ਦਾ ਉਹਦਾ ਜਲਾਉ ਵੇਖਣ ਵਾਲਾ ਹੁੰਦਾ। ਇੱਕ ਦਿਨ ਛੁੱਟੀ ਤੋਂ ਬਾਅਦ ਮਜ਼ਦੂਰਾਂ ਨੇ ਚਾਰਦੀਵਾਰੀ ਦੀ ਉਸਾਰੀ ਲਈ ਉਹ ਇੱਟਾਂ ਦਾ ਢੇਰ ਚੁੱਕਣਾ ਸ਼ੁਰੂ ਕੀਤਾ ਤਾਂ ਗੁੱਡੀ ਦੇ ਖਜ਼ਾਨੇ ਨੂੰ ਪਰਾਂ ਸੁੱਟ ਦਿੱਤਾ, ਜੋ ਨਵੀਂ ਪਾਈ ਜਾ ਰਹੀ ਮਿੱਟੀ ਹੇਠ ਆ ਗਿਆ। ਸਵੇਰੇ ਜਦੋਂ ਗੁੱਡੀ ਨੇ ਆਪਣੇ ਸੁਪਨਿਆਂ ਦਾ ਸੰਸਾਰ ਫਿਰ ਉਜੜਦਾ ਵੇਖਿਆ ਤਾਂ ਸਵੇਰ ਦੀ ਸਵਾ ਦੀ ਪਰਵਾਹ ਛੱਡ ਵਾਹੋ ਦਾਹੀ ਭੱਜ ਕੇ ਆਪਣੇ ਜਿਉਣ ਦੇ ਜ਼ਰੀਏ ਦਾ ਸਮਾਨ ਲੱਭਣ ਲੱਗੀ। ਹੱਥਾਂ ਨਾਲ ਹੀ ਗੁੱਡੀ ਨੇ ਮਿੱਟੀ ਨੂੰ ਪੱਟਣਾ ਸ਼ੁਰੂ ਕੀਤਾ, ਪਰ ਉਹਨੂੰ ਕਿਤੋਂ ਵੀ ਕੌਰੂ ਦਾ ਖਜ਼ਾਨਾ ਨਾ ਲੱਭਾ। ਮਾਂ ਦੀਆਂ ਯਾਦਾਂ ਤੇ ਗੀਟੇ ਮਿਲਣ ਦੀ ਆਸ ਛੱਡ ਵਿਲਕਦੀ ਹੋਈ ਗੁੱਡੀ ਉੱਥੇ ਹੀ ਬੈਠ ਉੱਚੀ ਉੱਚੀ ਰੋਣ ਲੱਗੀ ਤੇ ਉਹਨੂੰ ਲੱਗਿਆ ਕਿ ਅੱਜ ਉਹਦੀ ਮਾਂ ਫਿਰ ਦੁਬਾਰਾ ਮਰ ਗਈ ਹੋਵੇ।
ਸੋ ਦੋਸਤੋ ਉਮੀਦ ਕਰਦੇ ਹਾਂ ਕਹਾਣੀ ਵਧੀਆ ਲੱਗੀ। ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ। ਫਿਰ ਮਿਲਦੇ ਹਾਂ ਇੱਕ ਨਵੀਂ ਕਲਮ ਦੇ ਨਾਲ। ਸਤਿ ਸ਼੍ਰੀ ਅਕਾਲ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ KFC ਮੈਕਡੋਨਲਡਸ ਬੈਸਟ ਪ੍ਰਾਈਸ ਅਤੇ ਫੈਕਟਰੀ ਆਊਟਲੈਟ ਤੋਂ 2 ਮਿੰਟ ਦੀ ਡਰਾਈਵ ਤੇ ਸ਼ਾਨਦਾਰ ਰੈਜ਼ੀਡੈਂਸ਼ੀਅਲ ਏਰੀਆ ਮਾਡਲ ਟਾਊਨ ਪੁੱਚੋ, ਜੋ ਬਠਿੰਡਾ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਹੈ। ਹਰ ਤਰ੍ਹਾਂ ਦੀ ਸਹੂਲਤ ਨਾਲ ਲੈਸ ਕਲੋਨੀ ਦੇ ਵਿੱਚ ਸਾਰੇ ਡਿਵੈਲਪਮੈਂਟ ਕੰਮ ਪੂਰੇ ਹੋ ਚੁੱਕੇ ਨੇ ਤੇ ਤੁਸੀਂ ਅੱਜ ਹੀ ਰਿਹਾਇਸ਼ ਕਰ ਸਕਦੇ ਹੋ। ਮਾਡਲ ਟਾਊਨ ਪੁੱਚੋ ਵਿੱਚ ਪਲਾਟ ਲੈਣ ਲਈ ਸੰਪਰਕ ਕਰੋ 9988333600। ਇੱਥੇ ਇਨਵੈਸਟਮੈਂਟ ਕੀਤੀ ਤੁਹਾਨੂੰ ਬਹੁਤ ਵਧੀਆ ਰਿਟਰਨ ਵੀ ਦੇਵੇਗੀ। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ, ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 389। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਮੇਰੇ ਨਾਲ ਨੀਲ ਭਰਿੰਦਰ ਜੀ ਜੁੜ ਗਏ ਨੇ। ਨੀਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦਾਨੀਵਾਲ ਸਾਹਿਬ। ਨੀਲ ਜੀ, ਪੰਜਾਬ ਯਾਨੀ ਕਿ ਕੈਪਟਨ ਸਰਕਾਰ ਦਾ ਇਸ ਵਾਰੀ ਦਾ ਅਖੀਰਲਾ ਬਜਟ ਸੈਸ਼ਨ ਹੈ ਜੀ। ਅਗਲੀ ਵਾਰੀ ਨਵੀਂ ਸਰਕਾਰ ਆਊਗੀ, ਜਿਹਦੀ ਵੀ ਆਈ ਉਹ ਬਜਟ ਸੈਸ਼ਨ ਬਜਟ ਪੇਸ਼ ਕਰੇਗੀ। ਸੋ ਦੂਜਾ ਦਿਨ ਸੀ, ਤੀਜਾ ਦਿਨ ਸੌਰੀ। ਸੋ ਕੀ ਕੁਛ ਰਿਹਾ ਖਾਸ 3 ਦਿਨਾਂ ਦੇ ਵਿੱਚ? 3 ਦਿਨਾਂ ਦਾ ਲੇਖਾ ਜੋਖਾ ਜਿਹਾ ਲਾਈਏ, ਥੋੜ੍ਹਾ ਜਿਹਾ ਹਿਸਾਬ ਕਿਤਾਬ ਕਰੀਏ। ਪਹਿਲਾ ਦਿਨ ਤਾਂ ਪਤਾ ਹੀ ਹੈ ਕਿ ਮੌਨ ਧਾਰ ਕੇ ਆ ਜਾਂਦੇ ਆ, ਕਿਉਂਕਿ ਸ਼ਰਧਾਂਜਲੀਆਂ ਦੇਣੀਆਂ ਹੁੰਦੀਆਂ ਨੇ, ਰੀਤ ਹੈ। ਠੀਕ ਹੈ ਜੀ। ਦੇਖੋ, ਰਾਜਪਾਲ ਦਾ ਭਾਸ਼ਣ ਪਹਿਲੇ ਦਿਨ ਹੁੰਦਾ ਰਸਮੀ ਤੌਰ ਦੇ ਉੱਤੇ, ਤੇ ਰਾਜਪਾਲ ਦੇ ਭਾਸ਼ਣ ਨਾਲ ਹੀ ਵਿਵਾਦ ਸ਼ੁਰੂ ਹੋ ਗਿਆ ਇਸ ਵਾਰ ਜੀ। ਰਾਜਪਾਲ ਸਾਹਿਬ ਨੇ
ਸਰਕਾਰ ਨੇ ਲਿਖ ਕੇ ਦਿੱਤਾ ਹੋਇਆ ਭਾਸ਼ਣ ਰਾਜਪਾਲ ਨੇ ਪੜ੍ਹਨਾ ਹੁੰਦਾ। ਤੇ ਤਾਂ ਸਰਕਾਰ ਕਿਉਂਕਿ ਕਾਂਗਰਸ ਦੀ ਆ ਪੰਜਾਬ ਦੇ ਵਿੱਚ ਤੇ ਕਿਸਾਨਾਂ ਦੇ ਹੱਕ 'ਚ ਖੜੀ ਹੈ ਸਿਆਸੀ ਤੌਰ ਤੇ ਜੀ, ਤਾਂ ਰਾਜਪਾਲ ਸਾਹਿਬ ਨੇ ਪਹਿਲੀ ਗੱਲ ਤਾਂ ਉਹਨਾਂ ਹਿੱਸੇ ਹੀ ਛੱਡਤਾ। ਅੱਛਾ, ਬੋਲੇ ਨਹੀਂ ਕਿਸਾਨਾਂ ਬਾਰੇ ਸੀਗਾ। ਇੰਨਾ ਜ਼ਰੂਰ ਕਿਹਾ ਵੀ ਪੰਜਾਬ ਦਾ ਜਿਹੜਾ ਹੈਗਾ ਮਾਹੌਲ ਕਾਫੀ ਪ੍ਰਭਾਵਿਤ ਹੋਇਆ ਕਿਸਾਨ ਅੰਦੋਲਨ ਕਰਕੇ, ਬਾਕੀ ਕੋਈ ਜ਼ਿਆਦਾ ਤਾਂ ਉਹ ਛੱਡ ਗਏ। ਤਾਂ ਇਹ ਰਾਜਪਾਲ ਇਸ ਵਾਰ ਸਭ ਤੋਂ ਵੱਧ ਨਿਸ਼ਾਨੇ ਤੇ ਹੈ ਕਿਉਂਕਿ ਅਕਾਲੀ ਦਲ ਨੇ ਰੈੱਡ ਕਾਰਪਟ ਜਿਹੜਾ ਰਾਜਪਾਲ ਦੇ ਸਵਾਗਤ ਲਈ ਵਿਛਾਇਆ ਹੋਇਆ ਸੀ, ਉਹਨਾਂ ਨੇ ਚੁੱਕਤਾ ਵੀ ਇਹ ਰਾਜਪਾਲ ਜਿਹੜਾ ਸਾਡੇ ਕਿਸਾਨਾਂ ਦੇ ਵਿਰੁੱਧ ਹੈ, ਹੱਕ 'ਚ ਨਹੀਂ ਬੋਲਦਾ, ਤਾਂ ਇਹਨੂੰ ਰੈੱਡ ਕਾਰਪਟ ਦੇਣ ਦਾ ਕੋਈ ਤੁੱਕ ਨਹੀਂ ਬਣਦਾ। ਕਿਉਂਕਿ ਪਿਛਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਜੋ ਮਤਾ ਪਾਇਆ ਸੀ ਖੇਤੀ ਕਾਨੂੰਨਾਂ ਦੇ ਵਿਰੁੱਧ, ਉਹ ਰਾਜਪਾਲ ਕੋਲ ਪਿਆ, ਰਾਜਪਾਲ ਨੇ ਉਸ ਦੇ ਉੱਤੇ ਹੁਣ ਤੱਕ ਕਾਰਵਾਈ ਨਹੀਂ ਕੀਤੀ। ਤਾਂ ਉਹਨਾਂ ਨੇ ਕਿਹਾ ਵੀ ਇਸ ਕਰਕੇ ਇਹਨੂੰ ਰੈੱਡ ਕਾਰਪਟ ਦੇਣਾ ਵੀ ਨਹੀਂ ਬਣਦਾ। ਇਹ ਮਤਲਬ ਕਿ ਹਾਲਾਂਕਿ ਹਰ ਵਾਰ ਹੰਗਾਮਾ ਹੁੰਦਾ ਰਾਜਪਾਲ ਦੇ ਭਾਸ਼ਣ ਦੇ ਉੱਤੇ ਵੀ ਰੌਲਾ ਪੈਂਦਾ ਹੀ ਹੈ ਕਿ ਵੀ ਸਰਕਾਰ ਪੱਖੀ ਹੈ, ਪਰ ਇਸ ਵਾਰ ਕਿਸਾਨ ਅੰਦੋਲਨ ਕਰਕੇ ਰਾਜਪਾਲ ਸਭ ਤੋਂ ਵੱਧ ਨਿਸ਼ਾਨੇ ਤੇ ਰਿਹਾ। ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਕੈਪਟਨ ਅਮਰਿੰਦਰ ਸਿੰਘ ਘੱਟ ਨੇ ਹਾਲ ਦੀ ਘੜੀ 2-3 ਦਿਨਾਂ ਦੇ ਅੰਦਰ ਜਿੰਨਾ ਰਾਜਪਾਲ ਹੈ। ਤੇ ਇਹ ਵਿਵਾਦ ਜਿਹੜਾ ਹੈਗਾ ਕੱਲ ਫਿਰ ਬਹਿਸ ਹੋਈ ਸੀ ਰਾਜਪਾਲ ਦੇ ਭਾਸ਼ਣ ਦੇ ਉੱਤੇ, ਤਾਂ ਉਦੋਂ ਵੀ ਆਲਮੋਸਟ ਅਕਾਲੀ ਦਲ ਤੇ ਉਹਨੇ ਆਮ ਆਦਮੀ ਪਾਰਟੀ ਨੇ ਵਾਕਆਊਟ ਕਰ ਦਿੱਤਾ ਤੇ ਰਾਜਪਾਲ ਦੇ ਜਿਹੜਾ ਭਾਸ਼ਣ ਨੂੰ ਲੈ ਕੇ ਕੋਈ ਵੀ ਕਿਸੇ ਤਰ੍ਹਾਂ ਦੀ ਜੇ ਕੋਈ ਉਸਾਰੂ ਗੱਲ ਵੀ ਹੋਣੀ ਸੀ ਤਾਂ ਉਹ ਕੋਈ ਨਹੀਂ ਹੋ ਸਕੀ। ਤੇ ਦੂਜਾ ਦਿਨ ਵੀ ਇਸੇ ਤਰ੍ਹਾਂ ਹੰਗਾਮੇ ਦੇ ਭੇਟ ਚੜਿਆ ਤੇ ਅੱਜ ਤੀਜਾ ਦਿਨ ਸੀ। ਅੱਜ ਵੀ ਜਿਹੜਾ ਦੁਬਾਰਾ ਫੇਰ ਇੱਕ ਵਾਰੀ ਜਿਹੜਾ ਸਦਨ 'ਚ ਜਿਹੜਾ ਹੀ ਰਾਜਪਾਲ ਦੇ ਭਾਸ਼ਣ ਤੇ ਲੈ ਕੇ ਜਾਂ ਪੰਜਾਬ ਦੇ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਹੋ ਗਈਆਂ, ਕਿਸਾਨ ਖੁਦਕੁਸ਼ੀਆਂ ਹੋ ਗਈਆਂ, ਬੇਰੁਜ਼ਗਾਰੀ ਹੋ ਗਈ, ਸਮਾਰਟਫੋਨ ਹੋ ਗਏ, ਨਸ਼ਿਆਂ ਦਾ ਮੁੱਦਾ ਹੋ ਗਿਆ, ਇਹਨਾਂ ਦੇ ਮੁੱਦਿਆਂ ਦੇ ਉੱਤੇ ਜਿਹੜਾ ਹੈਗਾ ਸਰਕਾਰ ਨੂੰ ਖਾਸ ਕਰ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਹੈਗਾ ਘੇਰਿਆ ਗਿਆ। ਕੱਲ ਦੀ ਖਾਸ ਗੱਲ ਇਹ ਰਹੀ ਹੈ, ਕੁਲਜੀਤ ਸਿੰਘ ਨਾਗਰਾ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਫਤਿਹਗੜ੍ਹ ਸਾਹਿਬ ਤੋਂ, ਤੇ ਉਹਨਾਂ ਨੇ ਉੱਠ ਕੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਵਾਰ-ਵਾਰ ਇਹ ਕਹਿੰਦੇ ਨੇ ਜ਼ੋਰ ਦੇ ਕੇ ਕਿ ਜਦੋਂ ਕੈਬਨਿਟ ਮੀਟਿੰਗ ਹੋਈ ਸੀ ਵਿਵਾਦਤ ਖੇਤੀ ਬਿੱਲਾਂ ਬਾਰੇ ਤਾਂ ਉਹਨਾਂ ਨੇ ਡਾਇਸੈਂਟ ਨੋਟ ਦਿੱਤਾ ਸੀ। ਡਾਇਸੈਂਟ ਨੋਟ ਹੁੰਦਾ ਕਿ ਜਿਹੜਾ ਕੈਬਨਿਟ ਮੰਤਰੀ ਮੈਂਬਰ ਜਿਹੜਾ ਹੈਗਾ ਉਹ ਸਹਿਮਤ ਨਾ ਹੋਵੇ, ਆਪਦਾ ਲਿਖਦਾ ਹੈ, ਹਾਂ ਡਾਇਸੈਂਟ ਨੋਟ ਦਿੰਦਾ ਹੁੰਦਾ। ਉਹ ਕਹਿੰਦਾ ਵੀ ਇਹ ਹਵਾ 'ਚ ਹੀ ਹੈ, ਕਹਿੰਦੇ ਵੀ ਅਸੀਂ ਦੇਖਿਆ ਤਾਂ ਕਿਸੇ ਨੇ ਹੈ ਨਹੀਂ, ਜਾਂ ਤਾਂ ਕੋਈ ਸਬੂਤ ਦਿਓ ਤੁਸੀਂ। ਤਾਂ ਇਹਦੇ ਤੇ ਐਨ ਕੇ ਸ਼ਰਮਾ ਜਿਹੜੇ ਅਕਾਲੀ ਦਲ ਦੇ ਵਿਧਾਇਕ ਨੇ ਉਹਨਾਂ ਨੇ ਉੱਠ ਕੇ, ਹਾਲਾਂਕਿ ਉਹਨਾਂ ਨੇ ਕੋਈ ਇਹਦਾ ਸਬੂਤ ਤਾਂ ਨਹੀਂ ਦਿੱਤਾ, ਪਰ ਉਹਨਾਂ ਨੇ ਕਿਹਾ ਵੀ ਜੇ ਕਿਤੇ ਕਾਂਗਰਸ ਹੋਰ ਇਹ ਸਾਬਤ ਕਰ ਦੇਵੇ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਡਾਇਸੈਂਟ ਨੋਟ ਨਹੀਂ ਦਿੱਤਾ ਸੀ, ਝੂਠ ਬੋਲਦੇ ਨੇ, ਤਾਂ ਕਹਿੰਦਾ ਵੀ ਅਸੀਂ ਅਕਾਲੀ ਦਲ ਦੇ ਜਿੰਨੇ ਸਾਰੇ ਦੇ ਸਾਰੇ ਐਮਐਲਏ ਜਿਹੜੇ ਨੇ ਸਾਰੇ ਹੁਣੇ ਰਿਜ਼ਾਈਨ ਕਰ ਦਾਂਗੇ ਜੇ ਤੁਸੀਂ ਸਾਬਤ ਕਰ ਦੋ। ਅੱਛਾ, ਸੋ ਇਹ ਜਿਹੜੀ ਦੂਜੇ ਦਿਨ ਦੀ ਕਾਰਵਾਈ ਦਾ ਹਿੱਸਾ ਰਿਹਾ। ਤੇ ਅੱਜ ਵੀ ਕੁਝ ਜਾਤੀ ਹਮਲੇ ਹੋਏ ਨੇ। ਇਹ ਕਹਿੰਦੇ ਦੇਖੋ ਮੈਨੂੰ ਜਾਤੀ ਹਮਲਿਆਂ ਦੀ ਗਵਰਨਰ ਨਾਲ ਹੀ ਵੀ ਤੇ ਹੋਰ ਵੀ ਬੜਾ ਕੁਛ ਕਹਿੰਦੇ ਜਾਤੀ ਮਸਲੇ ਜ਼ਿਆਦਾ ਹੋ ਗਏ, ਸੂਬੇ ਦੇ ਘੱਟ ਗੱਲਾਂ ਹੋਈਆਂ। ਬਿਲਕੁਲ ਤਾਂ ਕਾਫੀ ਜਿਹੜਾ ਹੈਗਾ ਇਖਲਾਕ ਤੋਂ ਥੱਲੇ ਦੀਆਂ ਗੱਲਾਂ ਹੋਈਆਂ ਨੇ, ਹਾਲਾਂਕਿ ਐਕਸਪੰਜ ਕਰ ਦਿੱਤੇ ਗਏ ਨੇ ਸ਼ਬਦ ਉਹ। ਅੱਛਾ, ਕੱਢ ਦਿੱਤੇ ਗਏ ਨੇ ਰਿਕਾਰਡ। ਹਾਂਜੀ। ਤੇ ਪਰ ਜਿਹੜਾ ਅੱਜ ਤੀਜਾ ਦਿਨ ਜਿਹੜਾ ਹੈਗਾ ਹੋ ਗਿਆ ਸੀ ਜਾਤੀ ਹਮਲਿਆਂ ਦਾ। ਤੀਜੀ ਜਿਹੜੀ ਗੱਲ, ਪਹਿਲਾਂ 5 ਤਰੀਕ ਨੂੰ ਬਜਟ ਆਉਣਾ ਸੀ, ਪਰ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਅੱਜ ਮੀਟਿੰਗ ਸੀ ਤੇ ਉਸ ਮੀਟਿੰਗ ਤੋਂ ਬਾਅਦ ਇਹ ਹੁਣ 8 ਮਾਰਚ ਨੂੰ ਬਜਟ ਆਏਗਾ, ਜਿਹੜੀ ਅਸਲੀ ਖਬਰ ਵਾਲੀ ਗੱਲ ਹੈ। ਅੱਛਾ ਜੀ, ਪਹਿਲਾਂ ਬਜਟ 5 ਤਰੀਕ ਨੂੰ ਪੇਸ਼ ਹੋਣਾ ਸੀਗਾ, ਪਰ ਅੱਜ ਜਿਹੜਾ ਫੈਸਲਾ ਕੀਤਾ ਗਿਆ ਕਿ 8 ਮਾਰਚ ਨੂੰ ਬਜਟ ਆਏਗਾ। ਇਹਦਾ ਮਤਲਬ ਹੈ ਕਿ ਬਜਟ ਦੇ ਬਹਿਸ ਅਗਰ ਹੋਣੀ ਹੋਈ ਸੈਸ਼ਨ ਐਕਸਟੈਂਡ ਹੋਏਗਾ। ਸੋ ਇਹ ਜਿਹੜੀ ਹੈਗੀ ਆ 2-3 ਦਿਨਾਂ ਦੀ ਜਿਹੜੀ ਹੈਗੀ। ਕਹਿੰਦੇ ਪਰਮਿੰਦਰ ਸਿੰਘ ਢੀਂਡਸਾ ਨੇ ਸਰਕਾਰ ਦੀ ਖਿਚਾਈ ਕੀਤੀ ਹੈ, ਕਹਿੰਦੇ ਜਾਣਬੁੱਝ ਕੇ ਗੁਰਦੁਆਰਾ ਚੋਣਾਂ ਨਹੀਂ ਕਰਵਾ ਰਹੀ। ਇਹ ਕੱਲ ਦਾ ਮਸਲਾ ਹੈ ਜੀ, ਕੱਲ ਉੱਠਿਆ ਸੀ ਇਹ ਮਸਲਾ ਕਿ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਚੁੱਕਿਆ ਤੇ ਹਰਮਿੰਦਰ ਸਿੰਘ ਗਿੱਲ ਨੇ ਵੀ ਚੁੱਕਿਆ ਮਾਮਲਾ ਕਿ ਸਰਕਾਰ ਜਿਹੜੀ ਸਦਨ ਦੇ ਵਿੱਚ ਮਤਾ ਪਾ ਕੇ ਜਿਹੜਾ ਐਸਜੀਪੀਸੀ ਚੋਣਾਂ ਕਰਵਾਏ। ਇਹ ਅਕਾਲੀ ਦਲ ਜਿਹੜਾ ਜਾਣ ਕੇ ਨਹੀਂ ਹੋਣ ਦੇ ਰਿਹਾ ਚੋਣਾਂ ਇਹ ਜਿਹੜੀਆਂ ਐਸਜੀਪੀਸੀ ਦੀਆਂ। ਸੋ ਇਹ ਮਸਲਾ ਉੱਠਿਆ ਹੈ, ਪਰ ਮੇਰੇ ਖਿਆਲ ਚ ਨਹੀਂ, ਇਹ ਵਿਧਾਨ ਸਭਾ ਦਾ ਅਧਿਕਾਰ ਖੇਤਰ ਨਹੀਂ ਮੇਰੇ ਖਿਆਲ ਆਉਂਦਾ ਹੈਗਾ ਐਸਜੀਪੀਸੀ ਚੋਣਾਂ ਕਰਵਾਉਣਾ। ਸੋ ਮਾਮਲਾ ਜ਼ਰੂਰ ਉੱਠਿਆ ਇਹ। ਤੇ ਦੂਜੀ ਗੱਲ ਹੈ, ਅਕਾਲੀ ਦਲ ਨੇ ਹੁਣ ਤੱਕ ਸਿਟਿੰਗ ਪਲਾਨ ਜਿਹੜਾ ਬਦਲਿਆ ਨਹੀਂ ਹੈਗਾ ਆਪਣਾ। ਇਹਨਾਂ ਦੇ ਜਿਹੜੇ ਪਹਿਲੇ ਨੇਤਾ ਵਿਧਾਇਕ ਦਲ ਦੇ ਨੇਤਾ ਸੀ ਪਰਮਿੰਦਰ ਸਿੰਘ ਢੀਂਡਸਾ, ਜਿਹੜੇ ਹੁਣ ਬਾਕੀ ਹੋ ਗਏ ਨੇ, ਉਹਨਾਂ ਦੀ ਸੀਟ ਹਾਲੇ ਵੀ ਮੂਹਰੇ ਹੀ ਹੈ, ਜਦਕਿ ਹੁਣ ਸ਼ਰਨਜੀਤ ਸਿੰਘ ਢਿੱਲੋਂ ਇਹਨਾਂ ਦੇ ਵਿਧਾਇਕ ਦਲ ਦੇ ਨੇਤਾ ਬਣ ਚੁੱਕੇ ਨੇ, ਪਰ ਸਿਟਿੰਗ ਪਲਾਨ ਇਹਨਾਂ ਨੇ ਬਦਲ ਕੇ ਨਹੀਂ ਦਿੱਤਾ। ਇਹ ਆਪਣੇ ਆਪ 'ਚ ਵੱਡੀ ਗੱਲ ਹੈ। ਮਜੀਠੀਆ ਦੀ ਸੀਟ ਹਾਲੇ ਵੀ ਪਿੱਛੇ ਹੀ ਹੈ ਤੇ ਪਰਮਿੰਦਰ ਸਿੰਘ ਢੀਂਡਸਾ ਦੀ ਸੀਟ ਅੱਗੇ ਹੈ। ਤਾਂ ਇਸ ਤੋਂ ਆਪਾਂ ਕੋਈ ਵੀ ਇਸ਼ਾਰਾ ਸਮਝ ਸਕਦੇ ਹਾਂ ਕਿ ਅਕਾਲੀ ਦਲ ਕਿਉਂ ਨਹੀਂ ਸਿਟਿੰਗ ਪਲਾਨ ਲਿਖ ਕੇ ਦੇ ਰਿਹਾ, ਬਦਲ ਰਿਹਾ ਹੈਗਾ। ਕਿਉਂਕਿ ਨਹੀਂ ਚਾਹੁੰਦਾ ਨਾ ਸ਼ੋਅ ਕਰਨਾ
ਵੀ ਅਸੀਂ ਸਪਲਿਟ ਹੈ, ਕਿਉਂਕਿ ਜੇ ਪਿੱਛੇ ਜਾਂਦੇ ਨੇ ਤਾਂ ਇਹਦਾ ਮਤਲਬ ਐਕਸੈਪਟੈਂਸ ਕਰ ਲਈ ਵੀ ਅਸੀਂ ਟੁੱਟ ਚੁੱਕੇ ਹਾਂ। ਹਾਂ, ਅੱਜ ਵੱਡੀ ਗੱਲ ਹੈ ਜੇ ਬੀਜੇਪੀ ਦੇ ਐਮਐਲਏ ਨੂੰ ਬੋਲਣ ਨਹੀਂ ਦਿੱਤਾ ਗਿਆ। ਅੱਛਾ ਜੀ। ਤੇ ਉਹਨਾਂ ਨੂੰ ਕਿਹਾ ਕਿ ਜਿਹੜੀ ਕਿਸਾਨਾਂ ਦੇ ਵਿਰੁੱਧ ਪਾਰਟੀ ਆ, ਅਸੀਂ ਉਹਦੇ ਐਮਐਲਏ ਨੂੰ ਬੋਲਣ ਨਹੀਂ ਦਵਾਂਗੇ। ਉਹ ਜੋ ਵੀ ਬੋਲਣ ਉੱਠਿਆ ਕਰੇ ਤਾਂ ਉਹਨੂੰ ਸਾਰੇ ਉਹਦੇ ਮਗਰ ਪੈ ਜਾ ਕਰਨ। ਅੱਛਾ, ਸਣੇ ਸਰਕਾਰ ਸਣੇ ਆਪੋਜੀਸ਼ਨ। ਹਾਂਜੀ ਹਾਂਜੀ ਹਾਂਜੀ। ਤੇ ਖਾਸ ਕਰ ਅਕਾਲੀ ਦਲ ਨੇ ਸਭ ਤੋਂ ਵੱਧ ਵਿਰੋਧ ਕੀਤਾ। ਤੇ ਉਹ ਫਿਰ ਆਖਰਕਾਰ ਉਹ ਬਾਹਰ ਹੀ ਚਲਾ ਗਿਆ ਉੱਠ ਕੇ, ਬੀਜੇਪੀ ਦਾ ਐਮਐਲਏ ਨਾਰੰਗ। ਅੱਛਾ ਜੀ ਜੀ, ਹਬੋਰ ਵਾਲਾ। ਹਾਂਜੀ। ਅੱਛਾ, ਤੇ ਆ ਇੱਕ ਚੀਜ਼ ਮੈਨੂੰ ਨੋਟ ਕਰਕੇ ਥੋੜਾ 3 ਦਿਨਾਂ ਦੇ ਵਿੱਚ ਦੱਸੋ, ਜਾਂ ਪਿਛਲਾ ਵੀ ਲੇਖਾ ਜੋਖਾ ਜਾਂ ਥੋੜਾ ਜਿਹਾ ਓਵਰਵਿਊ ਦੇ ਦਿਓ। ਇਹਦੇ ਵਿੱਚ ਦੇਖੋ, ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਨੇਤਾ ਹੈ, ਉਹਦੀ ਚਰਚਾ ਘੱਟ ਹੋ ਰਹੀ ਹੈ। ਅਕਾਲੀ ਦਲ ਐਤਕੀ ਅੱਗੇ ਨਜ਼ਰ ਆ ਰਿਹਾ, ਜ਼ਿਆਦਾ ਅਗਰੈਸਿਵ ਨਜ਼ਰ ਆ ਰਿਹਾ। ਦੇਖੋ ਅਕਾਲੀ ਦਲ ਹੰਡੀ ਹੋਈ ਪਾਰਟੀ ਹੈ। ਉਹਨਾਂ ਨੂੰ ਪਤਾ ਹੈ ਕਿ ਕਿਹੜੇ ਵੇਲੇ ਕੀ ਕਰਨਾ ਹੈ। ਉਹਨਾਂ ਨੇ ਪਹਿਲੇ ਦਿਨ ਹੀ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਵਾਕਆਊਟ ਕਰਕੇ 25 ਸੈਕਟਰ ਦੇ ਵਿੱਚ ਪਹਿਲਾਂ ਹੀ ਚੰਡੀਗੜ੍ਹ ਪ੍ਰਸ਼ਾਸਨ ਤੋਂ ਰੈਲੀ ਦੀ ਇਜਾਜ਼ਤ ਲਿੱਤੀ ਹੋਈ ਸੀ, ਲਿਖਤੀ ਉਹਨਾਂ ਨੇ। ਅੱਛਾ ਜੀ। ਤਾਂ ਉਹਨਾਂ ਨੇ ਘੱਟੋ ਘੱਟ ਆਪਣਾ 400-500 ਬੰਦਾ ਉੱਥੇ ਇਕੱਠਾ ਕੀਤਾ ਹੋਇਆ ਸੀ। ਤੇ ਉਹ ਕਰਨ ਤੋਂ ਬਾਅਦ ਉਹ ਤੁਰ ਪਏ ਵਿਧਾਨ ਸਭਾ ਵੱਲ, ਤੇ ਉੱਥੇ ਇਹਨਾਂ ਨੂੰ ਫਿਰ ਪਾਣੀ ਦੀ ਪੁਛਾੜਾ ਮਾਰ ਕੇ ਰੋਕਿਆ ਗਿਆ ਲਾ ਕੇ। ਤਾਂ ਕਾਂਗਰਸ ਜਿਹੜੀ ਹੈਗੀ ਹੈ, ਉਹਨੇ ਪਹਿਲੇ ਦਿਨ ਹੀ ਜਿਹੜਾ ਹੈਗਾ ਗਵਰਨਰ ਹਾਊਸ ਦਾ ਘਿਰਾਓ ਕਰਨਾ ਸੀ ਮਹਿੰਗਾਈ ਦੇ ਮੁੱਦੇ ਤੇ ਜੀ। ਸੋ ਇਹ ਦੋਨਾਂ ਨੇ ਪਹਿਲੇ ਦਿਨ ਹੀ ਜਿਹੜਾ ਹੈਗਾ ਹਾਈਜੈਕ ਕਰ ਲਿਆ। ਤੇ ਆਮ ਆਦਮੀ ਪਾਰਟੀ ਵਾਲੇ ਵਿਚਾਰੇ ਸਾਈਕਲ ਯਾਤਰਾ ਜਿਸ ਤਰ੍ਹਾਂ ਦੀ ਗੱਡੀ ਸੀ ਉਹਦੇ ਵਿੱਚ ਹੀ ਰਹਿ ਗਈ, ਕਿਉਂਕਿ ਤਜਰਬਾ ਨਹੀਂ ਹੈਗਾ। ਤੇ ਦੂਜਾ ਆਪਸ ਵਿੱਚ ਵੀ ਉਹ ਸਲਾਹ ਮਸ਼ਵਰਾ ਨਹੀਂ ਨਾ ਕਰਦੇ, ਰੌਲਾ ਤੇ ਇਹਨਾਂ 'ਚ ਵੀ ਉਹੀ ਹੈ। ਦੂਜੀ ਗੱਲ, ਜਦੋਂ ਖਾਸ ਕਰ ਦੂਜੀ ਗੱਲ ਕਿ ਹੁਣ ਖਹਿਰਾ ਵੀ ਨਾਲ ਨਹੀਂ ਉਹਨਾਂ ਦੇ, ਬੈਂਸ ਵੀ ਨਾਲ ਨਹੀਂ ਉਹਨਾਂ ਦੇ, ਕਮਰ ਸੰਧੂ ਵੀ ਨਾਲ ਨਹੀਂ ਉਹਨਾਂ ਦੇ, ਤੇ 2-3 ਜਿਹੜੇ ਹੋਰ ਬੰਦੇ ਨੇ ਉਹ ਵੀ ਨਾਲ ਨਹੀਂ। ਤੇ ਤੀਜੀ ਜਿਹੜੀ ਵੱਡੀ ਗੱਲ ਜਿਹੜੀ ਇਹ ਹੋਈ ਹੈ ਕਿ ਜਦੋਂ ਵੀ ਇਹ ਕੁਝ ਬੋਲਦੇ ਨੇ ਤਾਂ ਇਹਨਾਂ ਨੂੰ ਕਾਂਗਰਸੀ ਵਿਧਾਇਕ ਜਿਹੜੇ ਨੇ ਉਹ ਟੀਚਰ ਕਰਦੇ ਨੇ ਕਿ ਤੁਸੀਂ ਚੌਥੇ ਦਿਨ ਤਾਂ ਭਾਈ ਹਰਪਾਲ ਸਿੰਘ ਚੀਮਾ, ਭਾਈ ਅਮਨ ਅਰੋੜਾ, ਚੌਥੇ ਦਿਨ ਤਾਂ ਮੁੱਖ ਮੰਤਰੀ ਦੇ ਕੋਲ ਬੈਠਾ ਹੁੰਦਾ, ਗੋਡੇ ਘੁੱਟ ਰਿਹਾ ਹੁੰਦਾ, ਮੇਰਾ ਉਹ ਕੰਮ ਕਰ ਦੋ, ਮੇਰਾ ਉਹ ਕੰਮ ਕਰ ਦੋ। ਕਹਿੰਦਾ ਇੰਨੇ ਤੁਸੀਂ ਕੰਮ ਕਢਾਉਂਦੇ ਹੋ ਆਪਣੀ ਸਰਕਾਰ ਤੋਂ, ਇਹ ਇੱਥੇ ਤੁਸੀਂ ਕਿਸ ਹੈਸੀਅਤ ਨਾਲ ਰੌਲਾ ਪਾਉਂਦੇ ਹੋ? ਮਤਲਬ ਕਿ ਗੱਲ ਤਜਰਬੇ ਦੀ ਹੈ ਨਾ। ਦੇਖੋ ਤੁਸੀਂ ਅਕਾਲੀ ਦਲ ਵੀ ਦੇਖੋ, ਕੰਮ ਤਾਂ ਅਕਾਲੀ ਦਲ ਵੀ ਲੈਂਦਾ, ਅਕਾਲੀ ਦਲ ਕਿਹੜਾ ਨਹੀਂ ਲੈਂਦਾ। ਅਕਾਲੀ ਦਲ ਤਾਂ ਸਰਕਾਰ ਚਲਾ ਰਿਹਾ। ਹਾਂ, ਅਕਾਲੀ ਦਲ ਉਹਨਾਂ ਦੇ ਤਾਂ ਕੇਬਲ ਵੀ ਚੱਲ ਰਹੀ ਹੈ, ਤੇ ਉਹਨਾਂ ਦੀਆਂ ਬੱਸਾਂ ਵੀ ਚੱਲ ਰਹੀਆਂ ਨੇ, ਉਹਨਾਂ ਦੀ ਮਾਈਨਿੰਗ ਵੀ ਚੱਲ ਰਹੀ ਹੈ। ਉੱਤੋਂ ਸਿੱਧਾ ਉਹ ਤੂੰ ਤੜਾ ਕਰਦੇ ਨੇ ਉਹ ਕੈਪਟਨ ਨਾਲ। ਤੇ ਇਹ ਆਪਣਾ ਝੱਗਾ ਚੌੜ ਕਰੀ ਜਾਂਦੇ ਨੇ, ਜਿਹੜਾ ਤੁਸੀਂ ਇਹ ਕੰਮ ਕਰਾਉਣਾ ਹੈਗਾ ਜਾਂ ਤਾਂ ਤੁਸੀਂ ਕਰਾਓ, ਨਾ ਤੁਸੀਂ ਰੱਖੋ ਕਿ ਵੀ ਅਸੀਂ ਸਾਡੀ ਸਰਕਾਰ ਨਹੀਂ ਹੈਗੀ। ਤੁਸੀਂ ਨਿੱਜੀ ਕੰਮ ਵੀ ਕਰਾਈ ਜਾਣੇ ਤੇ ਮੁੜ ਕੇ ਫਿਰ ਤੁਸੀਂ ਸਿਆਸੀ ਤੌਰ ਦੇ ਉੱਤੇ ਸ਼ਰੀਕ ਵੀ ਬਣ ਕੇ ਦਿਖਾਣਾ ਅਗਲੇ ਨੂੰ, ਤਾਂ ਉਹ ਅਗਲਾ ਟੀਚਰ ਕਰੂਗਾ। ਸੋ ਇਸ ਕਰਕੇ ਇਹਨਾਂ ਦੀ ਜਿਹੜੀ ਹੈਸੀਅਤ ਹੈ ਜਿਹੜੀ ਹੈ ਬੜੀ ਡਾਮਾਡੋਲ ਹੈ ਜੀ ਇਸ ਵਕਤ। ਸੋ ਕਹਿਣ ਤੋਂ ਭਾਵ ਵੀ ਐਡੀ ਵੱਡੀ ਛਾਪ ਜਿਹੜੀ ਹੈ ਉਹ ਨਹੀਂ ਛੱਡ ਕੇ ਗਏ। ਇਸ ਤੋਂ ਬਾਅਦ ਹੋਰ ਵਿਧਾਨ ਸਭਾ ਦਾ ਸੈਸ਼ਨ ਆ ਸਕਦਾ ਜੀ, ਜੇਕਰ ਗਿਣੀਏ? ਨਹੀਂ, ਵਿਧਾਨ ਸਭਾ ਦੇ ਸੈਸ਼ਨ ਤਾਂ ਹਲੇ ਆਉਣਗੇ। ਗਰਮੀ ਰੁੱਤ ਦਾ ਸੈਸ਼ਨ ਆਊਗਾ ਜੁਲਾਈ ਅਗਸਤ ਦੇ ਆਸ-ਪਾਸ, ਫਿਰ ਸਰਦੀ ਰੁੱਤ ਦਾ ਆਊਗਾ ਨਵੰਬਰ ਦਸੰਬਰ ਚ ਜਾ ਕੇ। ਜਿੱਦਾਂ ਕਿ ਹਾਲਾਂਕਿ ਇਹ ਵੀ ਚਰਚਾ ਚੱਲ ਰਹੀ ਹੈ, ਪ੍ਰਸ਼ਾਂਤ ਕਿਸ਼ੋਰ ਦੀ ਅਪੁਆਇੰਟਮੈਂਟ ਤੋਂ ਇਹ ਇਸ਼ਾਰਾ ਲਿਆ ਜਾ ਰਿਹਾ ਕਿ ਸ਼ਾਇਦ ਇਲੈਕਸ਼ਨ ਇਸ ਸਾਲ ਦੇ ਐਂਡ 'ਚ ਜਾਂ ਤਿਉਹਾਰਾਂ ਦੇ ਦਿਨਾਂ 'ਚ ਸਤੰਬਰ ਅਕਤੂਬਰ 'ਚ ਇਹਨਾਂ ਇਲੈਕਸ਼ਨ ਕਰਾ ਲੈਣ ਕਿਤੇ। ਪਰ ਕੀ ਸਤੰਬਰ ਅਕਤੂਬਰ? ਹਾਂ, ਸਮਾਂ ਇਹਨਾਂ ਨੂੰ ਬੜਾ ਫਿਰ ਚਾਹੀਦਾ ਹੋਊਗਾ ਅੱਜ ਤੋਂ ਹੀ, ਫਿਰ ਤਾਂ ਨਿਕਲਣਾ ਪਊਗਾ ਸਾਰਿਆਂ ਨੂੰ ਬਾਹਰ। ਉੱਤੋਂ ਗਰਮੀ ਆ ਗਈ ਅੱਜ ਇਹਨਾਂ ਨੂੰ ਦੇਖੋ, ਅੱਜ ਇਹਨਾਂ ਦੀ ਜੋ ਕੈਲਕੂਲੇਸ਼ਨ ਹੈ ਉਹ ਇਹਨਾਂ ਨੂੰ ਵਿਨਿੰਗ ਪੋਜੀਸ਼ਨ 'ਚ ਖੜਾਉਂਦੀ ਹੈ। ਸੋ ਇਸ ਕਰਕੇ ਇਹ ਚਾਹਣਗੇ ਕਿ ਇਸ ਪੋਜੀਸ਼ਨ 'ਚ ਹੀ ਇਲੈਕਸ਼ਨ ਹੋ ਜੇ ਤਾਂ ਸਰਕਾਰ ਰਿਪੀਟ ਕਰਨ ਦਾ। ਪਰ ਦੂਜੇ ਪਾਸੇ ਕਿਸਾਨ ਵੀ ਫਿਰ ਗੁੱਸੇ ਹੋ ਜਾਣਗੇ ਵੀ ਉਧਰ ਸਾਡਾ ਸੰਘਰਸ਼ ਚੱਲੀ ਜਾਂਦਾ, ਤੁਹਾਨੂੰ ਕੁਰਸੀ ਦੀ ਪਈ ਹੈ। ਉਹ ਦੇਖੋ, ਪ੍ਰਸ਼ਾਂਤ ਕਿਸ਼ੋਰ ਦੀ ਅਪੁਆਇੰਟਮੈਂਟ ਤੋਂ ਕਈ ਤਰ੍ਹਾਂ ਦੇ ਇਸ਼ਾਰੇ ਕੱਢੇ ਜਾ ਰਹੇ ਨੇ ਜੀ। ਦੇਖ ਸਕਦੇ ਹਾਂ ਹੁਣ ਆਪਾਂ ਇਹ ਕੀ ਕਰਨਾ ਚਾਹੁੰਦੇ ਨੇ, ਕਿਉਂਕਿ ਉਸ ਨੂੰ ਲਿਆਂਦਾ ਗਿਆ ਜਿਹੜਾ ਹੈਗਾ, ਜਿਸ ਮਕਸਦ ਵਾਸਤੇ ਲਿਆਂਦਾ ਗਿਆ, ਉਹ ਤਾਂ ਸਭ ਜਾਣੀ ਜਾਣ ਨੇ। ਹਾਂ, ਪਤਾ ਵੀ ਉਹਨੇ ਤਾਂ ਹੁਣ ਚਾਹ ਚੂ ਪਿਆਉਣੀ ਹੈ ਆਪਦਾ, ਇਲੈਕਸ਼ਨ ਵਾਸਤੇ ਆਇਆ ਉਹ। ਹਾਂ, ਉਦੋਂ ਬਾਅਦ ਤਾਂ ਫਿਰ ਹੋਰ ਕਿਸੇ, ਉਹਦੀ ਤਾਂ ਦੁਕਾਨਦਾਰੀ ਹੈ। ਉਹਦੀ ਤਾਂ ਦੁਕਾਨਦਾਰੀ ਆ, ਪਿਛਲੀ 17 ਵੀ ਚੱਲੀ ਸੀ ਤੇ ਹੁਣ ਵੀ ਚਲਾ। ਨਾਲੇ ਉਹਦੀ ਤਾਂ ਹਰੇਕ ਪਾਰਟੀ ਨਾਲ ਚੱਲੀ ਜਾਂਦੀ ਹੈ ਜੀ, ਜਿਹੜਾ ਉਹਨੂੰ ਪਹਿਲਾਂ ਹਾਇਰ ਕਰ ਲੈਂਦਾ ਉਹ ਉਸੇ ਦਾ। ਇਹਦਾ ਸ਼ੁਕਰ ਕਰੋ ਅਕਾਲੀਆਂ ਨੇ ਨਹੀਂ ਕੀਤਾ ਹਜੇ। ਜੀ ਹਾਂ, ਕਿਉਂਕਿ ਅਕਾਲੀ ਕਹਿੰਦੇ ਅਸੀਂ ਆਪ ਸਟ੍ਰੈਟੇਜਿਸਟ ਹੈ, ਕਿਉਂਕਿ ਸੁਖਬੀਰ ਸਿੰਘ ਬਾਦਲ ਕਹਿੰਦੇ ਮੈਂ ਤਾਂ MBA ਹੈ, ਮੇਰੀ ਤਾਂ ਇਲੈਕਸ਼ਨ ਮੈਨੇਜਮੈਂਟ ਹੈ, ਮੈਨੂੰ ਇਹੋ ਜਿਹੇ ਬੰਦੇ ਦੀ ਕੀ ਲੋੜ ਹੈ। ਇਲੈਕਸ਼ਨ ਇੰਜੀਨੀਅਰ ਕਹਾਉਂਦੇ ਨੇ ਆਪਣੇ ਆਪ ਨੂੰ। ਸੋ ਵੈਸੇ ਜੇਕਰ ਜਿਵੇਂ ਤੁਸੀਂ ਗੱਲ ਕਹੀ ਹੈ ਆਪਣਾ ਪ੍ਰਸ਼ਾਂਤ ਕਿਸ਼ੋਰ ਦੀ ਜਿਹੜੀ ਅਪੁਆਇੰਟਮੈਂਟ ਹੈ, ਦੂਜੇ ਪਾਸੇ ਉਹ ਵੈਸਟ ਬੰਗਾਲ ਦੇ ਵਿੱਚ ਵੀ ਬਿਜ਼ੀ ਹੈ ਕਾਫੀ, ਇੱਧਰ ਵੀ ਹੈ। ਸੋ ਇਹਦੇ ਵਿੱਚ ਕਾਂਗਰਸ ਦੇ ਲੋਕ ਕੀ ਲੈ ਕੇ ਚੱਲ ਰਹੇ? ਕਿਉਂਕਿ ਕਾਂਗਰਸ ਦੇ ਤਾਂ MLA ਹੀ ਪਹਿਲਾਂ ਕਾਫੀ ਖਫਾ ਸਨ। ਆਮ ਬੰਦੇ ਦੀ ਤਾਂ ਗੱਲ ਕੀ ਸੁਣਨੀ, MLA ਵੀ ਮਗਰ ਤੁਰੇ ਫਿਰਦੇ ਸੀ, ਕੰਮ ਉਹਨਾਂ ਦੇ ਹੋਏ ਨਹੀਂ, ਥਾਣੇਦਾਰ ਉਹਨਾਂ ਦੇ ਆਖੇ ਨਹੀਂ ਲੱਗਦਾ ਸੀ।
ਦੇਖੋ ਕਾਂਗਰਸ ਦੇ ਐਮਐਲਏ ਕੋਲ ਹੋਰ ਰਾਹ ਨਹੀਂ ਕੋਈ ਜੀ ਜਾਣ ਵਾਸਤੇ, ਜੇ ਆਪਾਂ ਸਿਆਸੀ ਤੌਰ ਤੇ ਨਜ਼ਰੀਏ ਤੋਂ ਆਪਾਂ ਵਿਸ਼ਲੇਸ਼ਣ ਕਰੀਏ ਇਸ ਗੱਲ ਦਾ, ਤਾਂ ਕਾਂਗਰਸ ਦੇ ਐਮਐਲਏ ਕਿੱਥੇ ਜਾਣਗੇ ਨਾਰਾਜ਼ ਹੋ ਕੇ? ਉਹ ਕਿੱਥੇ ਜਾਣਗੇ ਜੀ? ਅਕਾਲੀ ਦਲ ਚੋਂ ਨਹੀਂ ਜਾ ਸਕਦੇ, ਆਮ ਆਦਮੀ ਪਾਰਟੀ ਦਾ ਆਪਣਾ ਕੋਈ ਸਿਰ ਪੈਰ ਨਹੀਂ ਹੈਗਾ, ਤਾਂ ਉਹਨਾਂ ਕੋਲ ਰਾਹ ਹੀ ਨਹੀਂ ਕੋਈ ਬਚਦਾ, ਤਾਂ ਉਹ ਤਾਂ ਖੜੀਕੀ 'ਚ ਫਸੇ ਹੋਏ ਨੇ, ਉਹ ਤਾਂ ਇੱਥੇ ਜੋਗੇ ਨੇ। ਜੀ ਜੀ। ਸੋ ਕੁੱਲ ਮਿਲਾ ਕੇ ਜੇਕਰ ਅੱਜ ਦੇ 3 ਦਿਨਾਂ ਦੇ ਅੱਜ ਤੱਕ ਗਿਣੀਏ ਤਾਂ ਵਿਧਾਨ ਸਭਾ ਵਿੱਚ ਜਾਤੀ ਨੋਕ ਧੋਕ ਜ਼ਿਆਦਾ ਰਹੀ, ਜਨਤਕ ਮੁੱਦੇ ਗਾਇਬ ਰਹੇ, ਤੇ ਮਜੀਠੀਆ ਸਾਹਿਬ ਨੇ ਹਰਮਿੰਦਰ ਗਿੱਲ ਨੂੰ ਕਾਂਗਰਸੀ ਸੰਸਦ ਮੈਂਬਰ ਦੇ ਪਿਤਾ ਦਾ ਕਾਤਲ ਤੱਕ ਦੱਸ ਦਿੱਤਾ। ਜੀ 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 ਜੀ। ਨਿੱਜੀ ਹਮਲੇ ਜਿਹੜੇ ਨੇ ਜ਼ਿਆਦਾ ਹੋ ਰਹੇ ਨੇ। ਈਵਨ ਕਿ ਕੱਲ ਵੀ ਕੰਵਰ ਸੰਧੂ ਨੇ ਉੱਠ ਕੇ ਜਦੋਂ ਇਹ ਬੋਲਣਾ ਸ਼ੁਰੂ ਕੀਤਾ ਕਿ ਸਦਨ ਦੀ ਮਰਿਆਦਾ ਰੱਖਣੀ ਚਾਹੀਦੀ ਹੈ, ਉਹਨਾਂ ਨੇ ਨਾਮ ਤਾਂ ਨਹੀਂ ਲਿਆ ਕਿ ਇੱਕ ਪਾਰਟੀ ਦੇ ਵਿਧਾਇਕਾਂ ਨੇ ਰਾਜਪਾਲ ਦਾ ਭਾਸ਼ਣ ਫਾੜਿਆ ਹੈ, ਉਹਦੀ ਤੋਹੀਨ ਕੀਤੀ ਹੈ, ਸਿੱਧਾ ਇਸ਼ਾਰਾ ਅਕਾਲੀ ਦਲ ਵੱਲ ਸੀ, ਤਾਂ ਨਾਲ ਹੀ ਬਿਕਰਮ ਮਜੀਠੀਆ ਨੇ ਉੱਠ ਕੇ ਕਹਿ ਦਿੱਤਾ ਕਿ ਜੇ ਸਦਨ ਦੀ ਮਰਿਆਦਾ ਦੀ ਇੰਨੀ ਪ੍ਰਵਾਹ ਹੈ ਤਾਂ ਸਭ ਤੋਂ ਪਹਿਲਾਂ ਦਲ ਬਦਲੂ ਵਿਧਾਇਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਤਾਂ ਉਹ ਉੱਥੇ ਫਿਰ ਡਿਫੈਂਸਿਵ ਹੋਣਾ ਪੈ ਗਿਆ ਕੰਵਰ ਸੰਧੂ ਤੇ ਸੁਖਪਾਲ ਖਹਿਰਾ ਨੇ ਪਾਰਟੀ ਨੂੰ। ਜੀ, ਕਿਉਂਕਿ ਸੁਖਪਾਲ ਖਹਿਰਾ ਦੇਖੋ ਹਜੇ ਵੀ ਹੈਰਾਨੀ ਦੀ ਗੱਲ ਹੈ ਕਿ ਸੁਖਪਾਲ ਖਹਿਰਾ ਲੋਕ ਸਭਾ ਦੀ ਇਲੈਕਸ਼ਨ ਵੀ ਲੜ ਚੁੱਕੇ ਨੇ, ਪਾਰਟੀ ਤੋਂ ਅਸਤੀਫਾ ਵੀ ਦੇ ਚੁੱਕੇ ਨੇ, ਤੇ ਪਾਰਟੀ ਨੇ ਲਿਖ ਕੇ ਵੀ ਦੇ ਦਿੱਤਾ ਕਾਰਵਾਈ ਕਰੋ। ਇਦੋਂ ਵੱਡੀ ਮੈਨੂੰ ਲੱਗਦਾ ਧੱਜੀਆਂ ਤਾਂ ਫਿਰ ਇੱਕ ਇਤਿਹਾਸ, ਜੇਕਰ ਆਪਾਂ ਗੱਲ ਬੀਜੇਪੀ ਦੀ ਕਰਦੇ ਹਾਂ ਵੀ ਕੇਂਦਰ ਸਰਕਾਰ 'ਚ ਮਨਮਰਜ਼ੀਆਂ ਕਰ ਰਹੇ, ਤੇ ਪੰਜਾਬ 'ਚ ਕਿਹੜਾ ਕੋਈ ਚੰਗਾ ਵਾਪਰ ਰਿਹਾ? ਬਿਲਕੁਲ ਬਿਲਕੁਲ ਬਿਲਕੁਲ। ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਧੰਨਵਾਦ ਜੀ, ਸ਼ੁਕਰੀਆ। ਸੋ ਇਹ ਸਨ ਨੀਲ ਭਲਿੰਦਰ ਜੀ। ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ ਫਿਰ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਦੇ ਨਾਲ। ਤੇ ਤੁਸੀਂ ਕਹਾਣੀ ਗੁੱਡੀ ਦੇ ਗੀਟੇ ਸੁਣੀ ਜੀ, ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਸਾਨੂੰ ਜ਼ਰੂਰ ਦੱਸਣਾ। ਸੋ ਇੱਕ ਵਪਾਰਕ ਸੁਨੇਹੇ ਤੇ ਫਿਰ ਹਾਜ਼ਰ ਹੋਣੇ। ਜੱਸੀ ਆ ਕੀ, ਅਸੀਂ ਪਹੁੰਚ ਵੀ ਗਏ, ਤੁਸੀਂ ਹਾਲੇ ਤਿਆਰ ਨਹੀਂ ਹੋਏ? ਜਾਣਾ ਨਹੀਂ ਜਸਮੀਤ ਹੋਰਾਂ ਦੀ ਪਾਰਟੀ 'ਚ?